पद पंकज बंदन पद पंकज बंदना सिमरो अंगद दोख निकंदना अमरदास गुर हृदय ते आवो श्री गुरु रामदास गुण गावो श्री अर्जुन विघ्नन के नाशक विघ्नन के नाशक हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी तेग बहादुर परम कृपाला जी परम कृपाला श्री गुरु गोविंद सिंह विशाला तरों तरा तार पुन पुन शीस जी पुन पुन शीस बंदो बार बार जगदीश जिसमें है अमृत ज्ञान है मानस भगत बैराग श्री गुरु ग्रंथ साहिब उदद बंदो कर अनुराग एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए दोहरा सांझ पई जब लो तहाँ आवत गन नर नार गणी गरीब सो प्रेम मन मिले भाव को तार परम सन्मानयोग चवर छत्र तखत दे मालिक ज़ाहरा ज़हूर हाज़िर हजूर सर्व कला भरपूर चवर छत्र तखत दे मालिक सतगुरु साहिब श्री गुरु ग्रंथ साहिब जी महाराज सतगुरु जी की पावन पवित्र हजूरी के अंदर उपस्थित गुरु सवारे गुरु प्यारे सतसंगी जनों आओ महाराज जी की अपार बख्शिश नाल आपां संध्या वेले दे पावन पवित्र दीवाना की प्रारंभता करिए। गुरु इतिहास की लड़ीवार कथा विचार जो सतगुरु श्री गुरु तेग बहादुर महाराज जी के ना पवित्र स्थानां ते आप संगत रोजाना सरवण करते हो चलती आ रही लड़ी तै थोड़ा जिहा समा महाराज जी के जीवन बिरतांतां नाल जुड़न का यतन करते हैं। प्रथम महाराज तो आग्ञा लईए रसना पवित्र करनी गुरु फतेह नाल सांझ पाओ फतेह परवानो जी। वाहिगुरु जी का खालसा वाहिगुरु जी की फतेह। कल दे दीवाना अंदर जिथे संपन्नता हुई आप संगत सरवण कर रहे सी सतगुरु धन गुरु गोबिंद सिंह साहब जी महाराज जो कि पटना साहब की धरती तो परिवार सहित चाले मारते हैं ਵੱਖ-ਵੱਖ ਥਾਵਾਂ ਤੇ ਪੜਾਅ ਕਰਦੇ ਹੋਏ महाराज इधर पंजाब देश आ रहे हैं। पिता गुरु तेग बहादुर महाराज जी ने हुक्म भेजे ने हुक्मां नूं पा करके महाराज जी ने अपनी ये यात्रा प्रारंभ की है। सो जिवें महाराज पटना साहब तो रुखसत होए ते जिन्ना कु वैराग पटने की संगत ने महाराज जी के इस विछड़न का कीता है वो सब आप संगतां ने कल दियां दीवाना अंदर सरवण कीता सी।
ਇਸ ਤੋਂ ਅੱਗੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਮਹਾਰਾਜ ਪਰਿਵਾਰ ਸਹਿਤ ਚੱਲਦੇ ਹੋਏ ਕਾਂਸ਼ੀ ਦੇ ਸਥਾਨ ਤੇ ਪੁੱਜੇ ਹਨ। ਸਤਿਗੁਰੂ ਜਿਸ ਵਕਤ ਇੱਥੇ ਪਹੁੰਚਦੇ ਹਨ, ਕੋਈ ਰਾਤਰੀ ਦਾ ਵੇਲਾ ਹੈ, ਸੰਧਿਆ ਵੇਲਾ ਹੋ ਚੁੱਕਾ ਹੈ, ਮਹਾਰਾਜ ਸ਼ਾਮ ਨੂੰ ਇੱਕ ਸਥਾਨ ਪਰ ਰੁਕਦੇ ਹਨ। ਸੋ ਜਿਸ ਵਕਤ ਇਸ ਦੇਸ਼ ਦੇ ਲੋਕਾਂ ਨੂੰ ਪਤਾ ਲੱਗਿਆ ਹੈ ਕਿ 10ਵੇਂ ਅਵਤਾਰ ਬਾਲ ਗੋਬਿੰਦ ਰਾਏ ਜੀ ਆਏ ਹਨ, ਸੋ ਬੇਅੰਤ ਨਰ ਨਾਰੀ ਮਨੁੱਖ ਜਿਤਨੇ ਹਨ ਮਹਾਰਾਜ ਜੀ ਕੇ ਚਰਨਾਂ ਨਾਲ ਜਿਹੜੇ ਭਾਵਨਾ ਪ੍ਰੇਮ ਕਰਦੇ ਸਨ, ਧੰਨ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਜੀ ਕੇ ਦਰਸ਼ਨ ਕਰਨ ਦੇ ਲਈ ਹਜ਼ੂਰੀ ਵਿੱਚ ਆ ਰਹੇ ਹਨ। ਤੇ ਜਿਵੇਂ ਦਰਸ਼ਨ ਪਾ ਕਰ ਮਹਾਰਾਜ ਜੀਆਂ ਤੋਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹਨ, ਉਹ ਸਮੁੱਚਾ ਹਵਾਲਾ ਭਾਈ ਸਾਹਿਬ ਜੀ ਹੋਰਾਂ ਨੇ ਇਉਂ ਲਿਖਿਆ ਹੈ ਜੀ। ਚੌਪਈ ਤੈਂ ਕੀ ਸੰਗਤ ਸੇਵਾ ਠਾਨੀ। ਕਾਸ਼ੀ ਦੇ ਵਿੱਚ ਜਿਸ ਵਕਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਏ ਹਨ ਤੇ ਇਸ ਦੇਸ਼ ਦੀ ਜਿਤਨੀ ਵੀ ਸੰਗਤ ਹੈ ਬਹੁਤ ਮਹਾਰਾਜ ਜੀ ਕੀ ਭਾਵਨਾ ਸਹਿਤ ਸੇਵਾ ਕਰਦੀ ਹੈ। ਅਚਵਨ ਹੇਤ ਸਮਗਰੀ ਆਨੀ। ਮਹਾਰਾਜ ਜੀ ਕੇ ਛਕਾਉਣ ਦੇ ਲਈ ਬੇਅੰਤ ਸਮਗਰੀ ਜੋ ਹੈ, ਜਿਵੇਂ ਪਦਾਰਥ ਆਦਿਕ ਹਨ ਛਕਣ ਵਾਲੇ, ਉਹ ਲੈ ਕਰਕੇ ਹਾਜ਼ਰ ਹੋਏ ਹਨ। ਚਾਵਰ ਚੂਨ ਦਾਰ ਕ੍ਰਿਤ ਕਨੇ। ਤੇ ਮਹਾਰਾਜ ਜੀ ਕੇ ਲੰਗਰ ਦੇ ਵਿੱਚ ਪਕਾਉਣ ਵਾਲੇ ਜਿਵੇਂ ਪਦਾਰਥ ਦਾਲ ਚੌਲ ਘਿਓ ਆਦਿਕ, ਜਿਵੇਂ ਸੁੱਕੀ ਰਸਤ ਜੋ ਮਹਾਰਾਜ ਜੀ ਕੇ ਲੰਗਰ ਵਿੱਚ ਸੰਗਤਾਂ ਲੈ ਕਰਕੇ ਆਉਂਦੀਆਂ ਹਨ, ਇਸ ਵਿਧ ਵੱਡੀ ਮਾਤਰਾ ਦੇ ਅੰਦਰ ਸੰਗਤ ਇਹ ਰਸਤ ਲੈ ਕਰਕੇ ਆਉਂਦੀ ਹੈ ਜੀ। ਆਨਤ ਧਰੇ ਚਾਉ ਚੋ ਗੁਣੇ। ਆਨ ਧਰੇ ਭਾਵ ਇੱਕ ਤੋਂ ਵੱਧ ਕੇ ਇੱਕ, ਜਿਵੇਂ ਗੁਰੂ ਕੇ ਪਿਆਰ ਵਾਲੇ ਸਿੱਖ ਆਉਂਦੇ ਹਨ ਦਰਸ਼ਨ ਕਰਨ, ਤੇ ਬਹੁਤ ਵੱਡੀ ਮਾਤਰਾ ਦੇ ਅੰਦਰ ਇਹ ਪਦਾਰਥ ਲੈ ਕਰਕੇ ਹਾਜ਼ਰ ਹੋ ਰਹੇ ਹਨ। ਸਤਿਗੁਰ ਉਤਰੇ ਮਾਤਨ ਸਾਥ। ਮਹਾਰਾਜ ਸੱਚੇ ਪਾਤਸ਼ਾਹ ਸਤਿਕਾਰਯੋਗ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਤਾ ਜੀ ਹੋਰਾਂ ਦੇ ਨਾਲ ਇਸ ਸਥਾਨ ਤੇ ਠਹਿਰੇ ਹਨ। ਆਏ ਕਦਾਚਿਤ ਮਨ ਕਬ ਨਾਥ। ਇਹ ਤੇ ਮਹਾਰਾਜ ਕੀ ਮੌਜ ਹੈ, ਕਦੋਂ ਉਹ ਮੌਜ ਆਵੇ, ਕਿਸ ਵਕਤ ਮਹਾਰਾਜ ਇਸ ਦੇਸ਼ ਆਉਣ ਤੇ ਕਿਵੇਂ ਆਉਣ, ਕਿਸੇ ਕੋਲ ਇਹਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੈ ਗੁਰਮੁਖੋ। ਇਹ ਤੇ ਗੁਰੂ ਕੀ ਮੌਜ ਹੈ। ਜਦੋਂ ਕਿਤੇ ਮੌਜ ਹੁੰਦੀ ਹੈ ਤੇ ਫਿਰ ਆਪਣੀ ਮੌਜ ਵਿੱਚ ਮਹਾਰਾਜ ਆਪ ਹੀ ਇਹਨਾਂ ਪਵਿੱਤਰ ਸਥਾਨਾਂ ਤੇ ਫੇਰਾ ਪਾਉਂਦੇ ਹਨ। ਬੜੇ ਤਨੀ ਸਿੱਖ ਚੱਲ ਕਰ ਆਏ। ਤੇ ਇਸ ਦੇਸ਼ ਕਾਸ਼ੀ ਦੇ ਵਿੱਚ ਵੀ ਮਹਾਰਾਜ ਜੀ ਕੇ ਅਨੰਦ ਪਿਆਰ ਵਾਲੇ ਬਹੁਤ ਸਿੱਖ ਹਨ, ਕਿਉਂਕਿ ਇਹ ਉਹ ਸਥਾਨ ਹੈ ਜਿਹਦੇ ਤੇ ਪਹਿਲਾਂ ਤੋਂ ਹੀ ਧਰਮ ਦੀ ਬਹੁਤ ਗੱਲ ਕੀਤੀ ਜਾਂਦੀ ਸੀ। ਖਾਸ ਕਰ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਇੱਥੇ ਆਪਣੀ ਬਖਸ਼ਿਸ਼ ਵਰਤਾਈ। ਸਤਿਕਾਰਯੋਗ ਭਗਤ ਕਬੀਰ ਸਾਹਿਬ ਜੀ, ਰਵਿਦਾਸ ਜੀ, ਭਗਤ ਰਾਮਾਨੰਦ ਜੀ, ਮਗਰੋਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ, ਜਾਂ ਗੁਰੂ ਕੇ ਅਨੰਦ ਪਿਆਰੇ ਸਤਿਕਾਰੇ ਹੋਏ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਵੀ ਇਹਨਾਂ ਇਲਾਕਿਆਂ ਵਿੱਚ ਡੂੰਘਾ ਗੁਰਸਿੱਖੀ ਦਾ ਪ੍ਰਚਾਰ ਕਰਦੇ ਰਹੇ। ਸੋ ਇਸ ਸਥਾਨ ਤੇ ਬੇਅੰਤ ਮਹਾਰਾਜ ਜੀ ਕੀ ਸਿੱਖੀ ਹੈ, ਬਹੁਤ ਸਾਰੇ ਸਿੱਖ ਵਸਦੇ ਹਨ। ਅੱਜ ਇਸ ਵਕਤ ਬਾਲਾ ਪ੍ਰੀਤਮ ਗੁਰੂ ਗੋਬਿੰਦ ਰਾਏ ਮਹਾਰਾਜ ਪਹੁੰਚੇ ਹਨ। ਸੋ ਦੂਰ ਨੇੜੇ ਜਿੱਥੋਂ ਤੱਕ ਵੀ ਪਤਾ ਲੱਗਾ ਹੈ, ਬੇਅੰਤ ਭਾਵਨਾ ਸਹਿਤ ਸਾਰੇ ਇਕੱਤਰ ਹੋ ਕਰ ਮਹਾਰਾਜ ਜੀ ਕੇ ਦਰਸ਼ਨ ਕਰਨ ਦੇ ਲਈ ਆਏ ਹਨ, ਜਿਹਦੇ ਵਿੱਚ ਬਹੁਤ ਧਨਾੜ ਸਿੱਖ ਵੀ ਹਨ। ਚਯੋ ਸਬਨ ਕੋ ਦੈ ਤ੍ਰਿਪਤਾਏ। ਤੇ ਮਹਾਰਾਜ ਜੀਆਂ ਨੇ ਆਈ ਹੋਈ ਰਸ ਦੇ ਵਿੱਚ ਲੰਗਰ ਦਾ ਜਿਹੜਾ ਇੰਤਜ਼ਾਮ ਕਰਵਾਇਆ, ਭਾਵ ਭੋਜਨ ਪ੍ਰਸ਼ਾਦ ਤਿਆਰ ਕਰਵਾਇਆ। ਇੱਛਾ ਹੈ ਵੀ ਜੋ ਵੀ ਕੋਈ ਮਾਈ ਪਾਈ ਆਇਆ ਹੈ ਸਭ ਇੱਥੇ ਗੁਰੂ ਕੇ ਲੰਗਰ ਅੰਦਰ ਪ੍ਰਸ਼ਾਦਾ ਛਕੇਗਾ। ਸੁਜਸ ਨਗਰ ਮੈਂ ਵਧੈ ਹਮਾਰੇ। ਸੁਜਸ ਨਗਰ ਮੈਂ, ਇਹ ਵੀ ਇੱਕ ਦਿਲੀ ਇੱਛਾ ਹੈ ਗੁਰੂ ਪਿਆਰ ਵਾਲਿਆਂ ਦੀ ਕਿ ਮਹਾਰਾਜ ਆਏ ਹਨ, ਵੱਧ ਤੋਂ ਵੱਧ ਸੇਵਾ ਕਰਨੀ ਹੈ ਤਾਂ ਜੋ ਸਾਡੇ ਨਗਰ ਦਾ, ਸਾਡੇ ਦੇਸ਼ ਦਾ ਨਾਮ ਹੋਵੇਗਾ। ਇਤ ਆਦਿਕ ਗੁਣ ਬਹੁਤ ਵਿਚਾਰੇ। ਇਤਿਆਦਿਕ ਜਿਤਨੇ ਵੀ ਸਿੱਖ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਇਦਾਂ ਗੁਣਾਂ ਨੂੰ ਸਿਮਰ ਕਰ, ਗੁਣ ਯਾਦ ਕਰਕੇ ਵੱਧ ਚੜ ਕੇ ਜਿਹੜੀ ਸੇਵਾ ਹੈ ਸਿੱਖ ਕਰ ਰਹੇ ਹਨ। ਸੇਵਾ ਸਰਬ ਦਰਬ ਤੇ ਆਦ। ਧਨ ਤੋਂ ਲੈ ਕਰਕੇ ਪਦਾਰਥ ਤੱਕ, ਤਨ ਤੱਕ ਕਿਉਂ ਕਹਿ ਲਈਏ ਵੀ ਸਰੀਰ ਕਰਕੇ ਵੀ ਜਿੱਥੇ ਲੋੜ ਪਈ ਸਿੱਖਾਂ ਨੇ ਵੱਧ ਚੜ ਕੇ ਮਹਾਰਾਜ ਜੀ ਕੀ ਸੇਵਾ ਕੀਤੀ ਹੈ। ਅਰਪ ਬਲੋਕੇ ਗੁਰ ਅਹਿਲਾਦ। ਮਹਾਰਾਜ ਜੀ ਕੇ ਦਰਸ਼ਨਾਂ ਦੀ ਇੱਛਾ ਦੇ ਲਈ, ਕੇਵਲ ਦਰਸ਼ਨਾਂ ਦੇ ਲਈ ਜੋ ਵੀ ਕੋਈ ਸਿੱਖ ਜਿਤਨੀ ਸੇਵਾ ਦੀ ਭਾਵਨਾ ਰੱਖਦਾ ਹੈ, ਮਹਾਰਾਜ ਜੀ ਕੇ ਘਰ ਉਪਸਥਿਤ ਹੋ ਕਰਕੇ
ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਕੀ ਸੇਵਾ ਕਰ ਰਿਹਾ ਹੈ ਜੀ। ਅਨੇਕ ਪ੍ਰਕਾਰਨ ਕੇ ਉਪਹਾਰੇ, ਅਨੇਕਾਂ ਹੀ ਪ੍ਰਕਾਰ ਦੇ ਉਪਹਾਰ ਜੋ ਕਿ ਦਰਸ਼ਨੀ ਭੇਟਾ ਦੇ ਰੂਪ ਅੰਦਰ ਸੰਗਤਾਂ ਲੈ ਕਰ ਹਾਜ਼ਰ ਹੋਈਆਂ ਹਨ। ਲੱਗੇ ਗੁਰੂ ਕੇ ਅਗਰ ਅੰਬਾਰੇ, ਤੇ ਜੇ ਸਿੰਘਾਸਨਪੁਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਤਰੇ ਹਨ, ਬੈਠੇ ਹਨ, ਸੋ ਉਸ ਸਿੰਘਾਸਨ ਦੇ ਸਨਮੁਖ ਸੰਗਤਾਂ ਨੇ ਭੇਟਾ ਦੇ ਅੰਬਾਰ ਲਾ ਦਿੱਤੇ ਹਨ। ਕੋਈ ਧਨ, ਕੋਈ ਵਸਤਰ ਜਾਂ ਕੋਈ ਸੁੱਕੀ ਰਸਤ, ਅਨਾਜ ਆਦਿਕ ਹੋਰ ਕੀਮਤੀ ਤੋਂ ਕੀਮਤੀ ਜਿਹੜੀਆਂ ਭੇਟਾਵਾਂ ਹਨ, ਸੰਗਤ ਮਹਾਰਾਜ ਜੀ ਕੇ ਦਰਸ਼ਨੀ ਭੇਟਾ ਦੇ ਰੂਪ ਅੰਦਰ ਲੈ ਕਰਕੇ ਹਾਜ਼ਰ ਹੋਈਆਂ ਹਨ। ਆਏ ਤਿਹਾਵਲ ਅਰ ਪਕਵਾਨ, ਪੰਚਾਮ੍ਰਿਤ ਕੜਾਹ ਪ੍ਰਸ਼ਾਦ ਇਹਦੀ ਜਿਹੜੀ ਦੇਗ ਹੈ ਇਹ ਵੀ ਸੰਗਤਾਂ ਲੈ ਕਰ ਹਾਜ਼ਰ ਹੋਈਆਂ, ਤੇ ਹੋਰ ਵੀ ਬੇਅੰਤ ਮਿਸ਼ਟਾਨ ਪਕਵਾਨ ਜਿਹੜੇ ਹਨ ਸੰਗਤਾਂ ਲੈ ਆਈਆਂ ਹਨ। ਬਾਂਟੈ ਦੇ ਸਭ ਸਿੱਖਨ ਪਾਨ, ਤੇ ਬੜੇ ਭਾਵਨਾ ਸਹਿਤ ਸਾਰੇ ਜਿਤਨੇ ਵੀ ਪਕਵਾਨ ਹਨ ਜਾਂ ਪਾਵਨ ਕੜਾਹ ਪ੍ਰਸ਼ਾਦ ਹੈ, ਇਹ ਸਿੱਖ ਸੰਗਤਾਂ ਦੇ ਅੰਦਰ ਵਰਤਾਇਆ ਜਾ ਰਿਹਾ ਹੈ ਜੀ। ਪੀਰ ਅਧਿਕ ਕੁਛ ਵਾਰ ਨਾ ਪਾਰਾ, ਤੇ ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਇਸ ਵਿਦ ਜਿਸ ਸਥਾਨਪੁਰ ਕਾਸ਼ੀ ਮਹਾਰਾਜ ਜੀ ਰੁਕੇ ਹਨ, ਭਾਵੇਂ ਕਿ ਇਹ ਪਹਿਲਾਂ ਵੀ ਗੁਰੂ ਕਾ ਹੀ ਸਥਾਨ ਹੈ, ਇਸ ਸਥਾਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਵੀ ਆਏ ਹੋਏ ਹਨ, ਠਹਿਰੇ ਸਨ ਕਿਸੇ ਵਕਤ। ਸੋ ਅੱਜ ਮਹਾਰਾਜ ਜਿਸ ਸਥਾਨ ਤੇ ਰੁਕੇ ਹਨ, ਉਸ ਸਥਾਨ ਤੇ ਇਤਨੀ ਸੰਗਤ ਦੀ ਭੀੜ ਹੈ ਵੀ ਜਿਹਦਾ ਕੋਈ ਵਾਰਾ ਪਾਰ ਨਹੀਂ ਹੈ ਜੀ। ਕੋ ਸੁਣ ਲੋ ਨਗਰ ਉਧਾਰਾ, ਕੋਆਂ ਦੂਰੀ ਤੋਂ ਬੇਅੰਤ ਸਿੱਖ ਸੰਗਤਾਂ ਪਿਆਰ ਸਹਿਤ ਚੱਲ ਕਰਕੇ ਮਹਾਰਾਜ ਜੀ ਕੇ ਦਰਸ਼ਨ ਕਰਨ ਪੁੱਜ ਰਹੀਆਂ ਹਨ। ਸਿੱਖ ਹਜ਼ਾਰਨ ਕੇ ਕਰ ਤਹਾਂ, ਕਿਉਂਕਿ ਇਸ ਦੇਸ਼ ਵਿੱਚ ਵੀ ਮਹਾਰਾਜ ਜੀ ਕੇ ਕੋਈ ਹਜ਼ਾਰਾਂ ਸਿੱਖਾਂ ਦੇ ਜਿਹੜੇ ਘਰ ਹਨ। ਸੁਨ ਗੁਰ ਗਮਨ ਆਏ ਜੈ ਕਹਾਂ, ਫਿਰ ਜਿਵੇਂ ਜਿਵੇਂ ਇੱਥੇ ਵਸਣ ਵਾਲੇ ਸਿੱਖਾਂ ਨੇ ਸੁਣਿਆ ਕਿ 10ਵੇਂ ਅਵਤਾਰ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਆਏ ਹਨ, ਸੋ ਮਹਾਰਾਜ ਜੀ ਕੇ ਦਰਸ਼ਨ ਕਰਨ ਦੇ ਲਈ ਫਿਰ ਕੋਈ ਵੀ ਨਾ ਰੁਕਿਆ। ਬਹੁਤ ਜਲਦੀ ਮਹਾਰਾਜ ਜੀ ਕੇ ਦਰਸ਼ਨ ਕਰਨ ਦੇ ਲਈ ਗੁਰੂ ਕੀ ਹਜ਼ੂਰੀ ਵਿੱਚ ਸਿੱਖ ਸੰਗਤਾਂ ਹਾਜ਼ਰ ਹੋ ਰਹੀਆਂ ਹਨ। ਬਿਨੈ ਬਿਖਾਨੈ ਅਨੇਕ ਪ੍ਰਕਾਰ, ਤੇ ਜਿਵੇਂ ਜਿਵੇਂ ਦੂਰ ਦੇਸ਼ ਤੋਂ ਸੰਗਤ ਆਉਂਦੀ ਹੈ, ਕਾਸ਼ੀ ਨਗਰਪੁਰ ਦੀ ਸੰਗਤ ਹੈ, ਸੋ ਮਹਾਰਾਜ ਜੀ ਕੇ ਜਿੱਥੇ ਸਿੱਖ ਸੰਗਤਾਂ ਦਰਸ਼ਨ ਕਰ ਰਹੀਆਂ ਹਨ, ਪਿਆਰ ਵਾਲੇ ਹਿਰਦੇ ਮਹਾਰਾਜ ਜੀ ਕੇ ਦਰਸ਼ਨ ਪਰਸ ਰਹੇ ਹਨ। ਤੇ ਸਤਿਗੁਰੂ ਜੀ ਕੇ ਸਨਮੁਖ ਖੜੇ ਹੋ ਕਰਕੇ ਅਨੇਕਾਂ ਹੀ ਤਰ੍ਹਾਂ ਦੀਆਂ ਬੇਨਤੀਆਂ ਜੋ ਹਨ, ਜਿਵੇਂ ਆਪਾਂ ਅਰਦਾਸ ਕਰਦੇ ਹਾਂ ਮਹਾਰਾਜ ਜੀ ਕੇ ਸਨਮੁਖ, ਇਸ ਵੇਲੇ ਆਪਣੀਆਂ ਜੋ ਬੇਨਤੀਆਂ ਹਨ ਉਹ ਵੀ ਹੋਰ ਸੰਗਤ ਜੋ ਹੈ ਉਹ ਕਰ ਰਹੀ ਹੈ ਜੀ। ਪ੍ਰਭ ਜੀ ਹਮਕੋ ਚਲੇ ਵਿਸਾਰ, ਪ੍ਰਭ ਜੀ ਹਮਕੋ ਚਲੇ ਵਿਸਾਰ, ਸੰਗਤ ਇਹ ਵੀ ਅਰਦਾਸ ਕਰ ਰਹੀ ਹੈ ਕਿ ਮਹਾਰਾਜ ਹੁਣ ਆਪ ਪਟਨੇ ਤੋਂ ਰੁਖਸਤ ਹੋ ਕਰਕੇ ਪੰਜਾਬ ਦੇਸ਼ ਜਾ ਰਹੇ ਹੋ, ਜੋ ਕਿ ਵਾਪਸ ਫਿਰ ਜੇਕਰ ਆਪ ਇਸ ਇਲਾਕੇ ਵਿੱਚ ਨਹੀਂ ਆਉਂਦੇ ਤੇ ਇਹਦਾ ਮਤਲਬ ਇਹੀ ਹੈ ਵੀ ਹੁਣ ਤੁਸੀਂ ਸਾਨੂੰ ਵਿਸਾਰ ਕਰਕੇ ਜਾ ਰਹੇ ਹੋ। ਪੂਰੇ ਮਨੋਰਥ ਕਰ ਅਰਦਾਸ, ਮਹਾਰਾਜ ਆਪ ਜੀ ਕੇ ਪਾਸ ਬਖਸ਼ਿਸ਼ ਹੈ, ਜਦੋਂ ਵੀ ਕਿਸੇ ਭਾਵਨਾ ਨੂੰ ਲੈ ਕਰਕੇ ਆਪ ਜੀ ਕੇ ਚਰਨਾਂ ਦਾ ਧਿਆਨ ਧਰਦੇ ਹਾਂ, ਆਪ ਜੀ ਕੇ ਚਰਨਾਂ ਅੰਦਰ ਅਸੀਂ ਜੀਵ ਅਰਦਾਸ ਕਰਦੇ ਹਾਂ, ਸਾਡੇ ਮਨੋਰਥ ਪੂਰੇ ਹੁੰਦੇ ਸਨ। ਅਬ ਹਮ ਜਾਏ ਕੌਣ ਕੇ ਪਾਸ, ਮਹਾਰਾਜ ਹੁਣ ਆਪ ਤੇ ਜਾ ਰਹੇ ਹੋ ਇਸ ਦੇਸ਼ ਤੋਂ, ਤੇ ਵਾਪਿਸ ਆਪਨੇ ਹੁਣ ਸਾਨੂੰ ਪਤਾ ਨਹੀਂ ਵੀ ਆਉਣ ਵਾਲੇ ਸਮੇਂ ਵਿੱਚ ਇਸ ਦੇਸ਼ ਅੰਦਰ ਫੇਰਾ ਪਾਉਣਾ ਹੈ ਜਾਂ ਨਹੀਂ। ਸੋ ਜਿਹੜੀਆਂ ਸਾਡੀਆਂ ਅਰਦਾਸਾਂ ਆਪ ਜੀ ਪੂਰੇ ਕਰਦੇ ਸੋ, ਆਪ ਜੀਆਂ ਦੇ ਚਰਨਾਂ ਤੋਂ ਸਾਨੂੰ ਜੋ ਬਖਸ਼ਿਸ਼ ਮਿਲਦੀ ਹੈ, ਹੁਣ ਮਹਾਰਾਜ ਉਹ ਸਾਡੀ ਅਰਦਾਸ ਕਿਵੇਂ ਪੂਰੀ ਹੋਵੇਗੀ, ਜ਼ਰੀਆ ਕੀ ਬਣੇਗਾ। ਸੰਗਤ ਨੇ ਇਹ ਅਰਦਾਸ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਕੇ ਚਰਨਾਂ ਅੰਦਰ ਕੀਤੀ ਹੈ ਜੀ। ਸੁਆਮੀ ਨਿਕਟ ਚੈਤ ਲੈ ਜਾਚਾ, ਕਿਉਂਕਿ ਹੁਣ ਤੱਕ ਤਾਂ ਮਹਾਰਾਜ ਜੋ ਵੀ ਕੋਈ ਇੱਛਾ ਹੁੰਦੀ ਸੀ, ਇੱਛਾ ਨੂੰ ਲੈ ਕਰਕੇ ਆਪ ਜੀ ਕੇ ਸਨਮੁਖ ਹਾਜ਼ਰ ਹੋਈਦਾ ਸੀ, ਅਰਦਾਸ ਬੇਨਤੀ ਕਰਦੇ ਸੀ, ਤੇ ਆਪ ਸਾਡੀ ਪੁਕਾਰ ਸੁਣ ਲੈਂਦੇ ਸੀ, ਭਾਵ ਕਾਰਜ ਰਸ ਹੋ ਜਾਂਦੇ ਸਨ। ਓਹੋ ਦੂਰ ਕਹਾਂ ਕਰੈ ਉਬਾਚਾ, ਪਰੰਤੂ ਹੁਣ ਆਪ ਸਰੀਰ ਕਰਕੇ ਸਾਡੇ ਪਾਸ ਤੋਂ ਦੂਰ ਜਾ ਰਹੇ ਹੋ, ਤੇ ਜੇਕਰ ਆਪ ਸਾਡੇ ਤੋਂ ਦੂਰ ਜਾਂਦੇ ਹੋ ਤੇ ਨਿਸ਼ਚੈ ਹੀ ਸਾਡੀ ਵੀ ਜਿਹੜੀ ਯਾਦ ਹੈ ਸਿਮਰਨ ਵਿੱਚੋਂ ਆਪ ਵਿਸਰ ਜਾਓਗੇ। ਸੋ ਫਿਰ ਜਿਹੜੀ ਸਾਡੀ ਅਰਦਾਸ ਹੈ ਪਹਿਲੇ ਵਤ ਪੂਰਨ ਨਹੀਂ ਹੋਵੇਗੀ। ਸਤਿਗੁਰ ਕਹਿਓ ਜਨਮ ਸਥਾਨ, ਤੇ ਫਿਰ ਮਹਾਰਾਜ ਜੀਆਂ ਨੇ ਜਿਸ ਵਕਤ ਸੰਗਤ ਦੀ ਇਹ ਅਰਦਾਸ ਸੁਣੀ, ਮਹਾਰਾਜ ਜੀਆਂ ਨੇ ਸੰਗਤ ਦੀ ਇਹ ਪੁਕਾਰ ਸੁਣੀ, ਫਿਰ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਕਿ ਨਹੀਂ ਸੰਗਤ ਜੀ, ਇਹਦਾ ਵੀ ਹੱਲ ਅਸੀਂ ਆਪ ਸੰਗਤਾਂ ਦੇ ਸਨਮੁਖ ਕੀਤਾ ਹੈ। ਅਸੀਂ ਪਿੱਛੇ ਪਟਨਾ ਸਾਹਿਬ ਵੀ ਤੇ ਹੁਣ ਆਪ ਜੀਆਂ ਨੂੰ ਵੀ ਇਹ ਗੱਲ ਦੱਸਦੇ ਹਾਂ
ਕਿ ਜਿਹੜਾ ਸਾਡਾ ਪਵਿੱਤਰ ਅਸਥਾਨ ਹੈ, ਭਾਵ ਪਟਨਾ ਸਾਹਿਬ ਦੀ ਜਿਹੜੀ ਉਹ ਪਾਵਨ ਧਰਤੀ, ਜਿਸ ਸਥਾਨ ਤੇ ਮਹਾਰਾਜ ਜੀ ਆਪ ਪ੍ਰਗਟੇ ਹਨ, ਅਵਤਾਰ ਹੋਇਆ ਹੈ, ਕਰੋ ਬੇਨਤੀ ਤਾਹਾਂ ਬਖਾਨ। ਜਿਸ ਵੀ ਕਿਸੇ ਗੁਰਸਿੱਖ ਨੇ ਆਪਣੀ ਇੱਛਾ ਦੀ ਪੂਰਤੀ ਕਰਨੀ ਹੈ, ਕਿਸੇ ਦੀ ਕੋਈ ਕਾਮਨਾ ਹੈ, ਕੋਈ ਦੁੱਖ ਰੋਗ ਹੈ, ਕੋਈ ਮੰਗ ਹੈ, ਸੋ ਭਾਈ ਜੇਕਰ ਸਰੀਰ ਕਰਕੇ ਸਾਡੇ ਪਾਸ ਨਹੀਂ ਪਹੁੰਚ ਸਕਦਾ ਜਾਂ ਦਰਸ਼ਨ ਨਹੀਂ ਹੋ ਸਕਦੇ, ਤੇ ਸਾਡੇ ਉਸ ਪਵਿੱਤਰ ਸਥਾਨ ਤੇ ਜਿੱਥੇ ਸਾਡਾ ਅਵਤਾਰ ਹੋਇਆ ਹੈ, ਪ੍ਰਗਟ ਸਥਾਨ, ਉਹ ਪਵਿੱਤਰ ਸਥਾਨ ਜਿਹਨੂੰ ਅੱਜ ਵੀ ਅਸੀਂ ਤਖਤ ਸ੍ਰੀ ਹਰਿਮੰਦਰ ਦੇ ਨਾਮ ਤੋਂ ਜਾਣਦੇ ਹਾਂ, ਪਟਨਾ ਸਾਹਿਬ ਦੇ ਅੰਦਰ ਮਹਾਰਾਜ ਜੀ ਕੀ ਚਰਨ ਛੋਹ ਪ੍ਰਾਪਤ ਧਰਤੀ। ਮਹਾਰਾਜ ਕਹਿਣ ਲੱਗੇ, ਭਾਈ ਜੇ ਕਿਸੇ ਦੀ ਕੋਈ ਇੱਛਾ ਹੈ ਤੇ ਉਹ ਸਾਡੇ ਉਸ ਪਵਿੱਤਰ ਸਥਾਨ ਤੇ ਜਾ ਕਰਕੇ ਸਾਡੇ ਚਰਨਾਂ ਦਾ ਧਿਆਨ ਧਰਨਾ ਤੇ ਆਪਣੀ ਅਰਦਾਸ ਕਰ ਦੇਣਾ, ਨਿਸ਼ਚੈ ਹੀ ਉਹਦੀ ਅਰਦਾਸ ਸਾਡੇ ਤੱਕ ਪੁੱਜੇਗੀ ਤੇ ਉਸ ਗੁਰਮੁਖ ਦੇ ਕਾਰਜ ਰਾਸ ਹੋਣਗੇ। ਸਰਬ ਕਾਮਨਾ ਮਨ ਕੀ ਪੂਰਾ। ਉਸ ਸਥਾਨ ਤੇ ਅਸੀਂ ਇਹ ਬਖਸ਼ਿਸ਼ ਕੀਤੀ ਹੈ, ਤੇ ਪਟਨੇ ਦੀ ਸੰਗਤ ਨੂੰ ਵੀ ਮਹਾਰਾਜ ਜੀ ਨੇ ਇਉਂ ਹੀ ਕਿਹਾ ਸੀ ਕਿ ਇਸ ਸਥਾਨ ਤੇ ਬਖਸ਼ਿਸ਼ ਹੈ, ਆਪ ਜਦੋਂ ਵੀ ਇਸ ਸਥਾਨ ਤੇ ਹਾਜ਼ਰ ਹੋ ਕੇ ਸਾਨੂੰ ਸਿਮਰੋਗੇ ਤੇ ਅਸੀਂ ਤੁਹਾਨੂੰ ਹਾਜ਼ਰ ਨਜ਼ਰ ਆਵਾਂਗੇ। ਸੋ ਮਹਾਰਾਜ ਨੇ ਕਿਹਾ ਵੀ ਜੋ ਵੀ ਕਿਸੇ ਦੀ ਕਾਮਨਾ ਹੈ, ਅਸੀਂ ਇਸ ਸਥਾਨ ਤੇ ਅਰਦਾਸ ਕਰਨ ਵਾਲੇ ਦੀ ਹਰ ਕਾਮਨਾ ਨੂੰ ਪੂਰੇ ਕਰਾਂਗੇ ਜੀ। ਕਰਿਓ ਸਥਾਪਨ ਆਪਨ ਪੰਗੂਰਾ। ਕਿ ਉਸ ਪਵਿੱਤਰ ਸਥਾਨ ਤੇ ਅਸੀਂ ਇੱਕ ਨਿਸ਼ਾਨੀ ਵਜੋਂ ਆਪਣਾ ਪੰਗੂੜਾ, ਜਿਸ ਪੰਗੂੜੇ ਦੇ ਵਿੱਚ ਮਹਾਰਾਜ ਜੀ ਅਵਤਾਰ ਧਾਰਨ ਕਰਕੇ ਬਚਪਨੇ ਦੇ ਅੰਦਰ ਖੇਡਿਆ ਕਰਦੇ ਸਨ, ਉਹ ਜਿਹੜਾ ਪੰਗੂੜਾ ਹੈ, ਉਹ ਕੇਵਲ ਇਸੇ ਨਿਸ਼ਾਨੀ ਦੇ ਤੌਰ ਤੋਂ ਵੀ ਸਿੱਖ ਸੰਗਤ ਇਸ ਪੰਗੂੜੇ ਨੂੰ ਯਾਦ ਕਰਕੇ, ਵੇਖ ਕਰਕੇ ਤੇ ਗੁਰੂ ਦਾ ਚਿੰਤਨ ਸਿਮਰਨ ਕਰੇਗੀ, ਤੇ ਫਿਰ ਸਿਮਰਨ ਦੇ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਪੂਰਤੀ ਹੋ ਜਾਏਗੀ, ਅਰਦਾਸਾਂ ਪੂਰੀਆਂ ਹੋਣਗੀਆਂ। ਸੋ ਅਸੀਂ ਨੇ ਉਸ ਪਵਿੱਤਰ ਸਥਾਨ ਤੇ ਇੱਕ ਆਪਣੀ ਜਿਹੜੀ ਬਹੁਤ ਅਹਿਮ ਕੀਮਤੀ ਨਿਸ਼ਾਨੀ ਹੈ, ਉਹ ਵੀ ਟਿਕਾ ਦਿੱਤੀ ਹੈ। ਬੈਠੋ ਜਹ ਹਮਰੋ ਤਰ ਧਿਆਨ। ਤੇ ਜੇਕਰ ਕੋਈ ਭਾਈ ਸਾਡੇ ਦਰਸ਼ਨਾਂ ਦੀ ਇੱਛਾ ਰੱਖਦਾ ਹੈ, ਤੇ ਉਸ ਪਵਿੱਤਰ ਸਥਾਨ ਤੇ ਜਾ ਕਰਕੇ ਧਿਆਨ ਟਿਕਾ ਕੇ, ਭਾਵ ਨੇਤਰ ਮੂੰਦ ਕਰਕੇ ਅੰਤਰਾਤਮੇ ਤੋਂ ਗੁਰੂ ਗੁਰੂ ਜਪਦਾ ਹੋਇਆ ਧਿਆਨ ਟਿਕਾ ਕੇ ਉਸ ਸਥਾਨ ਪਰ ਜਾ ਕਰ ਬੈਠੇਗਾ ਜੀ। ਕਰੋ ਬੇਨਤੀ ਜੋਰੋ ਪਾਨ। ਕਰੋ ਬੇਨਤੀ, ਭਾਵ ਫਿਰ ਜੋ ਵੀ ਕੋਈ ਕਿਸੇ ਦੀ ਮਨਸ਼ਾ ਹੈ, ਇੱਛਾ ਹੈ, ਉਸ ਦੀ ਪੂਰਤੀ ਦੇ ਲਈ ਦੋਨੋਂ ਹੱਥ ਜੋੜ ਕਰਕੇ ਉਸ ਸਥਾਨ ਤੇ ਸਾਡਾ ਧਿਆਨ ਧਰ ਕੇ ਅਰਦਾਸ ਕਰਿਓ। ਅਸੀਂ ਆਪ ਸੰਗਤਾਂ ਨੂੰ ਵੀ ਇਹ ਵਚਨ ਦਿੰਦੇ ਹਾਂ, ਇਹ ਬਖਸ਼ਿਸ਼ ਕਰਦੇ ਹਾਂ ਕਿ ਉਸ ਗੁਰਮੁਖ ਦੀ, ਉਸ ਸਿੱਖ ਦੀ ਅਰਦਾਸ ਅਸੀਂ ਜ਼ਰੂਰ ਪੂਰੀ ਕਰਾਂਗੇ ਜੀ। ਗੁਰ ਸਭ ਥਾਨ ਬਹਿਰ ਕਿਆ ਪੋਨ। ਤੇ ਮਹਾਰਾਜ ਕਹਿਣ ਲੱਗੇ, ਗੁਰੂ ਤੇ ਹਰ ਥਾਂ ਤੇ ਹੈ, ਵਿਸ਼ੇਸ਼ ਥਾਂ ਤੇ ਹੀ ਨਾ ਵੇਖੋ, ਜਾਂ ਇਉਂ ਸਮਝ ਲਈਏ ਵੀ ਸਰੀਰ ਕਰਕੇ ਹੀ ਨਾ ਵੇਖੀਏ ਵੀ ਮਹਾਰਾਜ ਸਰੀਰ ਕਰਕੇ ਹੀ ਹੈ, ਸ਼ਬਦ ਕਰਕੇ ਅਸੀਂ ਵੇਖਦੇ ਹਾਂ ਮਹਾਰਾਜ ਹਰ ਥਾਂ ਤੇ ਹਾਜ਼ਰ ਹੈ। ਸੋ ਇਸ ਵਿਧ ਭਾਈ ਜੋ ਵੀ ਕੋਈ ਸਾਡਾ ਧਿਆਨ ਕਰੇਗਾ, ਅੰਤਰਾਤਮੇ ਤੋਂ ਸਿਮਰੇਗਾ, ਅਸੀਂ ਹਾਜ਼ਰ ਹਾਂ ਤੇ ਉਸ ਗੁਰਮੁਖ ਦੀ ਭਾਵਨਾ ਪੂਰੀ ਕਰਾਂਗੇ ਜੀ। ਮੁਖ ਤੇ ਕਹਿ ਕੇ ਤਰ ਕਰ ਮੋਨ। ਮੁਖ ਤੇ ਕਹਿ, ਜਿਵੇਂ ਆਪਾਂ ਵੇਖਦੇ ਹਾਂ ਨਾ, ਗੁਰੂ ਨੂੰ ਕਹਿਣ ਦੇ ਲਈ ਕੋਈ ਸਾਨੂੰ ਬਹੁਤਾ ਬੋਲਣ ਦੀ ਵੀ ਲੋੜ ਨਹੀਂ ਪੈਂਦੀ। ਜਿਵੇਂ ਕੋਈ ਜ਼ਰੂਰੀ ਨਹੀਂ ਹੈ ਵੀ ਗੁਰੂ ਨੂੰ ਕੋਈ ਅਰਦਾਸ ਸੁਣਾਉਣੀ ਹੈ ਤੇ ਮੌਖਿਕ ਤੌਰ ਤੋਂ ਲੱਛੇਦਾਰ ਸ਼ਬਦਾਵਲੀ ਹੋਵੇ ਤੇ ਸਾਡੀ ਅਰਦਾਸ ਪੂਰੀ ਹੋ ਸਕਦੀ ਹੈ। ਮਹਾਰਾਜ ਜੀ ਕੇ ਚਰਨਾਂ ਵਿੱਚ ਤੇ ਕੇਵਲ ਧਿਆਨ ਕਰਕੇ, ਅੰਤਰਾਤਮੇ ਤੋਂ ਸੁਰਤ ਕਰਕੇ, ਟਿਕ ਕੇ ਧਿਆਨ ਕਰਕੇ ਕਹੀ ਹੋਈ ਬਾਤ ਵੀ ਮਹਾਰਾਜ ਪੂਰੀ ਕਰ ਦਿੰਦੇ ਹਨ। ਇਹ ਵੀ ਮਹਾਰਾਜ ਜੀ ਕੇ ਘਰ ਅੰਦਰ ਬਖਸ਼ਿਸ਼ ਹੈ, ਭਾਵ ਧਿਆਨ ਕਰਕੇ ਕੀਤੀ ਹੋਈ ਬੇਨਤੀ ਵੀ ਗੁਰੂ ਘਰ ਅੰਦਰ ਪ੍ਰਵਾਨ ਹੈ ਜੀ। ਸਤਿਗੁਰ ਜਾਣੈ ਸਭ ਕੇ ਮਨ ਕੀ। ਤੇ ਮਹਾਰਾਜ ਕਹਿਣ ਲੱਗੇ, ਭਾਈ ਸੰਗਤ ਜੀ, ਇਹਦਾ ਆਪ ਜੀ ਵੈਰਾਗ ਅੰਦਰ ਨਾ ਆਓ, ਜਾਂ ਇਹ ਨਾ ਸਮਝੋ ਵੀ ਅਸੀਂ ਸਰੀਰ ਕਰਕੇ ਜਾ ਰਹੇ ਹਾਂ ਤੇ ਹੁਣ ਤੁਹਾਡੀ ਅਰਦਾਸ ਪੂਰੀ ਨਹੀਂ ਹੋਣੀ। ਕਿਉਂ? ਕਿਉਂਕਿ ਸਤਿਗੁਰੂ ਐਸਾ ਪੁਰਖ ਹੈ ਜਿਹੜਾ ਸਾਰਿਆਂ ਮਨਾਂ ਦੀ, ਸਾਰਿਆਂ ਹਿਰਦਿਆਂ ਦੀ ਪ੍ਰਤੱਖ ਜਾਣਦੇ ਹਨ। ਕਯੋ ਨ ਪੂਰੇਂਗੇ ਆਸਾ ਜਨ ਕੀ। ਤੇ ਕਿਉਂ ਨਾ ਪੂਰੇਂਗੇ ਆਸਾ ਜਨ ਕੀ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਵੀ ਮਹਾਰਾਜ ਜੀ ਨੇ ਇਹ ਕਿਹਾ ਕਿ ਜੇ ਕੋਈ ਭਾਵਨਾ ਨਾਲ ਜਨ ਬਣ ਕੇ, ਸੇਵਕ ਬਣ ਕੇ, ਪਿਆਰ ਨਾਲ ਸਾਡੇ ਸਨਮੁਖ ਅਰਦਾਸ ਕਰੇਗਾ ਤੇ ਅਸੀਂ ਉਹਦੀ ਅਰਦਾਸ ਕਿਉਂ ਨਾ ਪੂਰੇ ਕਰਾਂਗੇ। ਭਾਵੇਂ ਸਰੀਰ ਕਰਕੇ ਅਸੀਂ ਉੱਥੇ ਹਾਜ਼ਰ ਨਾ ਵੀ ਹੋਈਏ, ਲੇਕਿਨ ਅੰਤਰਾਤਮੇ ਤੋਂ ਜੇਕਰ ਕੋਈ ਸਾਨੂੰ ਪੁਕਾਰੇਗਾ, ਅਰਦਾਸ ਕਰੇਗਾ ਤੇ ਅਸੀਂ ਉਸ ਦੀ ਅਰਦਾਸ ਨੂੰ ਨਿਸ਼ਚੈ ਹੀ ਪੂਰੇ ਕਰਾਂਗੇ ਜੀ। ਸਹਿਤ ਮਸੰਦਨ ਸੰਗਤ ਸੁਣ ਕੇ। ਤੇ ਫਿਰ ਜਿਸ ਵਕਤ ਮਹਾਰਾਜ ਜੀਆਂ ਨੇ ਆਪਣੇ ਮੁਖ ਤੋਂ ਸਾਰੀ ਸੰਗਤ ਨੂੰ ਇਉਂ ਬਖਸ਼ਿਸ਼ ਕੀਤੀ, ਅਰਦਾਸ ਦੀ ਪੂਰਤੀ ਦੇ ਲਈ ਮਹਾਰਾਜ ਜੀਆਂ ਨੇ ਜੁਗਤ ਦਿੱਤੀ, ਫਿਰ ਉਸ ਵਕਤ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੇ ਦਰਬਾਰ ਅੰਦਰ ਬੇਅੰਤ ਸੰਗਤਾਂ ਤੇ ਬੇਅੰਤ ਮਸੰਦ ਜਿਹੜੇ ਮਹਾਰਾਜ ਕੀ ਹਾਜ਼ਰੀ ਅੰਦਰ ਇਕੱਤਰ ਹੋਏ ਸਨ,
ਉਹ ਸੁਣ ਕਰ ਪ੍ਰਸੰਨ ਹੋਏ ਹਨ। ਵਿਸਮਾਨੇ ਪੂਰਨ ਗੁਰ ਗੁਣ ਕੈ। ਵਿਸਮਾਨੇ ਭਾਵ ਉਹ ਵੀ ਵਿਸਮਾਦਿਤ ਹੋ ਗਿਆ ਵੀ ਮਹਾਰਾਜ ਆਪ ਇਤਨੇ ਦਿਆਲੂ ਹੋ, ਇਤਨੀ ਬਖਸ਼ਿਸ਼ ਕਰਦੇ ਹੋ ਵੀ ਭਾਵਨਾ ਨਾਲ ਸਿੱਖ ਕਿਤੇ ਵੀ ਬੈਠਾ ਹੋਵੇ ਗੁਰੂ ਦਾ ਧਿਆਨ ਕਰੇ ਤੇ ਮਹਾਰਾਜ ਅਰਦਾਸ ਪੂਰੀ ਕਰਦੇ ਹਨ। ਲਘੂ ਬਹਿ ਮੈਂ ਬੋ ਸੁਮਤ ਬਤਾਵੈ। ਤੇ ਇਸ ਗੱਲੋਂ ਵੀ ਹੈਰਾਨ ਹਨ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਉਮਰ ਹਾਲੀ ਕੋਈ 5-6 ਵਰ੍ਹਿਆਂ ਦੇ ਲਗਭਗ ਹੈ, ਤੇ ਇੰਨੀ ਛੋਟੀ ਉਮਰ ਦੇ ਅੰਦਰ ਐਸੀਆਂ ਬਖਸ਼ਿਸ਼ਾਂ ਕਰਦੇ ਹਨ, ਇਤਨੇ ਅਮੋਲਕ ਬਚਨ ਆਪਣੇ ਮੁਖ ਤੋਂ ਬੋਲਦੇ ਹਨ, ਇਤਨੀਆਂ ਪਿਆਰੀਆਂ ਜੁਗਤਾਂ ਆਪਣੇ ਪਿਆਰ ਵਾਲੇ ਸਿੱਖਾਂ ਨੂੰ ਬਖਸ਼ਦੇ ਹਨ, ਜਿਹੜੀਆਂ ਕਿ ਸੱਚਮੁੱਚ ਇਸ ਮਨੁੱਖਾ ਸੁਰਤ ਨੂੰ ਹੈਰਾਨੀ ਵਿੱਚ ਲੈ ਜਾਂਦੀਆਂ ਨੇ। ਕਿਉਂਕਿ ਆਰਬਲਾ ਉਮਰ ਛੋਟੀ ਹੈ ਤੇ ਜੁਗਤ ਵੇਖੋ ਕਿੰਨੀ ਪਿਆਰੀ ਦਿੱਤੀ ਹੈ ਵੀ ਜਿੱਥੇ ਵੀ ਯਾਦ ਕਰੋਗੇ ਨਾ, ਬਸ ਸੱਚੇ ਪਿਆਰ ਨਾਲ, ਸੱਚੀ ਸ਼ਰਧਾ ਨਾਲ ਸਾਨੂੰ ਪੁਕਾਰਿਓ, ਅਸੀਂ ਤੁਹਾਡਾ ਕਾਰਜ ਰਾਸ ਕਰ ਦੇਵਾਂਗੇ। ਲਘੂ ਵੈ ਮੈਂ ਬਹੁਤ ਸੁਮਤ ਬਤਾਵੈ। ਛੋਟੀ ਜੀ ਉਮਰ ਵਿੱਚ ਇਤਨੀਆਂ ਮਹਾਨ ਗਿਆਨ ਦੀਆਂ ਬਾਤਾਂ ਮਹਾਰਾਜ ਆਪਣੇ ਮੁਖ ਤੋਂ ਸੁਣਾਉਂਦੇ ਹਨ। ਨਿਜ ਸਿੱਖਿਆਨ ਕੀ ਸ੍ਰੇ ਜਨਾਵੈ। ਤੇ ਨਿਜ ਸਿੱਖ ਜਿਹੜੇ ਮਹਾਰਾਜੀਆਂ ਕੇ ਸਾਥ ਪ੍ਰੇਮ ਕਰਨ ਵਾਲੇ ਹਨ, ਉਹਨਾਂ ਦਾ ਜਿਹੜਾ ਪ੍ਰੇਮ ਹੈ, ਉਹਨਾਂ ਦੇ ਜਿਹੜੇ ਭੇਦ ਹਨ, ਇਉਂ ਫਿਰ ਸਾਰੀ ਸੰਗਤ ਦੇ ਸਨਮੁਖ ਜਨਾ ਦਿੰਦੇ ਹਨ। ਕਯੋ ਨ ਕਹਿ ਕਿਆ ਚਰਜ ਮਾਨੋ। ਕਿਉ ਨਾ ਕਹਿ ਮਹਾਰਾਜ ਜਿਸ ਵਿਦ ਕਹਿ ਰਹੇ ਹਨ, ਫਿਰ ਸੰਗਤ ਵੱਲ ਇਸ਼ਾਰਾ ਕਰਕੇ ਮਸੰਦ ਕਹਿਣ ਲੱਗੇ ਕਿ ਭਾਈ ਸੰਗਤ ਜੀ ਇਹਦੇ ਵਿੱਚ ਸ਼ੰਕਾ ਨਾ ਕਰਿਓ, ਇਹ ਤੇ ਨਿਸ਼ਚੈ ਹੀ ਸੱਚ ਬਾਤ ਹੈ, ਬਸ ਮਹਾਰਾਜ ਜੀ ਕੇ ਬਚਨਾਂ ਨੂੰ ਸਤ ਕਰਕੇ ਮੰਨ ਲੈਣਾ ਜੀ। ਸਤਿਗੁਰ ਕੇ ਨੰਦਨ ਪਹਿਚਾਨੋ। ਕਿਉਂਕਿ ਸਰੀਰ ਕਰਕੇ ਮਹਾਰਾਜ ਜੀ ਕੀ ਆਰਬਲਾ ਛੋਟੀ ਹੈ, ਲੇਕਿਨ ਬਖਸ਼ਿਸ਼ ਕਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸੁਪੁੱਤਰ ਹਨ, ਜੋ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਤਰ੍ਹਾਂ ਹੀ ਪੂਰਨ ਬਖਸ਼ਿਸ਼ ਦੇ ਮਾਲਕ ਵੀ ਹਨ। ਧੰਨ ਧੰਨ ਕਰ ਜੋਰ ਬਖਾਨੈ। ਧੰਨ ਧੰਨ ਕਰ ਦੋਨੋਂ ਹੱਥ ਜੋੜ ਕਰਕੇ ਤੇ ਮਹਾਰਾਜ ਜੀਆਂ ਨੂੰ ਧੰਨ ਕਹਿ ਰਹੇ ਹਨ। ਹੱਥ ਜੋੜ ਕਰਕੇ ਮਹਾਰਾਜ ਜੀ ਕੇ ਚਰਨਾਂ ਅੰਦਰ ਸਿਜਦਾ ਕਰ ਰਹੇ ਹਨ ਜੀ। ਬਿਰਹੋ ਤੇ ਤੋ ਮਾਂ ਦੁਖ ਜਾਣੈ। ਬਿਰਹੋ ਤੇ ਮਹਾਰਾਜ ਆਪ ਜਿਵੇਂ ਬਖਸ਼ਿਸ਼ ਕਰਦੇ ਹੋ, ਜਿਵੇਂ ਹਿਰਦਿਆਂ ਨੂੰ ਤਰਵਾਸ ਦਿੰਦੇ ਹੋ, ਆਪ ਜੀ ਕੀ ਹੀ ਇੱਕ ਬਖਸ਼ਿਸ਼ ਹੈ ਜੀ। ਅਨੇਕ ਪ੍ਰਕਾਰਨ ਕਰੇ ਆਹਾਰਾ। ਫਿਰ ਜਿਸ ਵਕਤ ਮਹਾਰਾਜ ਨੇ ਆਈ ਹੋਈ ਸੰਗਤ ਨੂੰ ਦਰਸ਼ਨ ਦਿੱਤੇ ਹਨ, ਉਪਰੰਤ ਜਿਸ ਵਕਤ ਇਹ ਸਾਰੀ ਬਾਤ ਸੰਪੂਰਨ ਹੋਈ ਹੈ, ਜਿਵੇਂ ਸਿੱਖ ਪੁੱਛ ਰਹੇ ਸਨ, ਮਹਾਰਾਜ ਦੱਸ ਰਹੇ ਸਨ, ਉਸ ਤੋਂ ਉਪਰੰਤ ਫਿਰ ਮਹਾਰਾਜ ਜੀ ਕੇ ਆਹਾਰ ਹਿਤ ਤੇ ਗੁਰੂ ਕੀ ਸੰਗਤ ਹਿਤ ਭੋਜਨ ਪ੍ਰਸ਼ਾਦ ਆਦਿਕ ਤਿਆਰ ਹੋਏ। ਫਿਰ ਅਨੇਕਾਂ ਤਰੀਕਿਆਂ ਦੇ ਨਾਲ ਸੰਗਤ ਦੇ ਅੰਦਰ ਜਿਹੜਾ ਭੋਜਨ ਹੈ ਵਰਤਾਇਆ ਗਿਆ ਹੈ ਤੇ ਸਭ ਕੋਈ ਛਕ ਕਰਕੇ ਤ੍ਰਿਪਤ ਹੁੰਦਾ ਹੈ। ਆਨਿਓ ਗੁਰ ਕੇ ਡਿਗ ਪਰ ਥਾਰਾ। ਮਹਾਰਾਜ ਜੀ ਕੇ ਲਈ ਵੀ ਭੋਜਨ ਪ੍ਰਸ਼ਾਦ ਤਿਆਰ ਹੋਇਆ, ਰਸੋਈਆ ਲੈ ਕਰਕੇ ਆਇਆ, ਮਹਾਰਾਜ ਜੀ ਕੇ ਸਨਮੁਖ ਆ ਕਰਕੇ ਇਉਂ ਬੇਨਤੀ ਕੀਤੀ ਹੈ। ਤੁਰ ਸੋ ਮధుਰ ਚਰ ਪਰਾ ਬਣਾਏ। ਮਹਾਰਾਜ ਆਪ ਜੀ ਕੇ ਛਕਣ ਦੇ ਲਈ 36 ਪ੍ਰਕਾਰ ਦੇ ਜਿਹੜੇ ਰਸ ਹਨ, ਸਿੱਖ ਸੰਗਤਾਂ ਨੇ ਭਾਵਨਾ ਸਹਿਤ ਤਿਆਰ ਕੀਤੇ ਹਨ। ਮధుਰ ਮਿੱਠੇ ਰਸ, ਚਰਚਰਾ ਆਦਿਕ ਸਲਵਨ ਰਸ, ਇਹ ਜਿਹੜੇ ਰਸ ਹਨ ਮਹਾਰਾਜ ਪਿਆਰ ਸਹਿਤ ਆਪ ਜੀ ਕੀ ਰਸਨਾ ਲਾਇਕ ਇਹ ਪਦਾਰਥ ਹੋਣ, ਪਿਆਰ ਭਾਵਨਾ ਸਹਿਤ ਇਹ ਸਭ ਕੁਝ ਤਿਆਰ ਕੀਤਾ ਹੈ। ਮੇਵਾ ਬਿੰਦ ਗਰੀਬ ਗਣ ਪਾਏ। ਇਹਨਾਂ ਪਕਵਾਨਾਂ ਦੇ ਅੰਦਰ ਬੇਅੰਤ ਤਰ੍ਹਾਂ ਦੇ ਜਿਵੇਂ ਕੀਮਤੀ ਪਦਾਰਥ ਹੁੰਦੇ ਹਨ, ਮੇਵੇ ਆਦਿਕ, ਬਦਾਮ ਆਦਿਕ ਇਹ ਜਿਹੜੇ ਪਦਾਰਥ ਹਨ ਉਹ ਪਾ ਕਰਕੇ ਇਹ ਸਭ ਪਕਵਾਨ ਤਿਆਰ ਹੋਏ ਹਨ। ਬਹੁ ਵਿਦ ਕੇ ਚਾਵਰ ਕਰਵਾਏ। ਬਹੁ ਵਿਦ ਕੇ ਅਨੇਕਾਂ ਤਰ੍ਹਾਂ ਦੇ ਹੋਰ ਵੀ ਪਦਾਰਥ ਛਕਣ ਦੇ ਲਈ, ਜਿਵੇਂ ਚਾਵਲ ਆਦਿਕ, ਪਕਵਾਨ, ਮਿੱਠੇ ਪ੍ਰਸ਼ਾਦੇ ਆਦਿਕ। ਸੋ ਇਸ ਵਿਧ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਈ ਨਾ ਕਈ ਤਰ੍ਹਾਂ ਦੇ ਜਿਹੜੇ ਪਕਵਾਨ, ਜਿਵੇਂ ਰਸ, ਫਲ ਆਦਿਕ, ਇਹ ਸਭ ਸੰਗਤਾਂ ਨੇ ਭਾਵਨਾ ਸਹਿਤ ਤਿਆਰ ਕਰਵਾਏ ਹਨ। ਪੱਥਰੇ ਬੜ ਖੁਸ਼ਬੋਹ ਉਠਾਏ। ਤੇ ਬੜੇ ਭਾਵਨਾ ਦੇ ਨਾਲ ਆਪਣੇ ਹੱਥ ਵਿੱਚ ਲੈ ਕਰਕੇ ਜਿਹੜੇ ਰਸੋਈਏ ਹਨ ਮਹਾਰਾਜ ਜੀ ਦਾ ਭੋਜਨ ਹਾਜ਼ਰ ਕਰਦੇ ਹਨ। ਮਧੁਰ ਸਲਵਨ ਕ੍ਰਿਦ ਪੁੰਜਵਾਏ। ਮਧੁਰ ਸਲਵਨ ਭਾਵ ਕੁਝ ਮਧੁਰ ਮਿੱਠੇ ਰਸ ਹਨ, ਕੁਝ ਸਲਵਨ ਜਿਵੇਂ ਸਲੂਣੇ ਰਸ, ਜਿਵੇਂ ਆਪਾਂ ਵੇਖਦੇ ਹਾਂ ਸਲੂਣੇ ਦੇ ਅੰਦਰ ਸਬਜ਼ੀ ਆਦਿਕ, ਜਿਵੇਂ ਦਾਲ ਭਾਜੀ ਆਦਿਕ ਹੁੰਦੀ ਹੈ। ਸੋ ਬਹੁਤ ਸਾਰੇ ਜਿਹੜੇ ਰਸ ਹਨ ਉਹ ਤਿਆਰ ਕੀਤੇ ਗਏ ਹਨ ਜੀ। ਸੂਪਕਾਰ ਮਤ ਚਤੁਰ ਬਣਾਏ। ਪੀਣ ਦੇ ਲਈ ਸੂਪਕਾਰ ਭਾਵ ਕੁਝ ਐਸੇ ਪੀਣ ਵਾਲੇ ਜਿਹੜੇ ਰਸ ਹਨ, ਸੋ ਇਹ ਵੀ ਤਿਆਰ ਕੀਤੇ ਗਏ ਹਨ, ਕਿਉਂਕਿ ਸੰਗਤ ਦੇ ਅੰਦਰ ਇੱਕ ਅਤਿਅੰਤ ਖੁਸ਼ੀ ਹੈ, ਅਤਿਅੰਤ ਪ੍ਰਸੰਨਤਾ ਹੈ ਵੀ ਬੜੇ ਸਮੇਂ ਤੋਂ ਬਾਅਦ ਅੱਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਸਾਡੇ ਇਸ ਦੇਸ਼ ਅੰਦਰ ਮੁਬਾਰਕ ਚਰਨ ਪਾਏ ਹਨ।
ਤੇ ਉਸ ਖੁਸ਼ੀ ਦੇ ਵਿੱਚ ਬੇਅੰਤ ਤਰ੍ਹਾਂ ਦੀ ਸੇਵਾ ਜੋ ਹੈ ਇਸ ਕਾਸ਼ੀ ਦੇਸ਼ ਦੀ ਸੰਗਤ ਮਹਾਰਾਜ ਜੀ ਕੀ ਕਰ ਰਹੀ ਸੀ। ਆਨ ਮੁਰੱਬੇ ਜੇ ਫਲ ਨਾਨਾ, ਤੇ ਨਾਨਾ ਪ੍ਰਕਾਰ ਦੇ ਫਲਾਂ ਦੇ ਮੁਰੱਬੇ ਵੀ ਸੰਗਤਾਂ ਨੇ ਚੰਦ ਮਿੰਟਾਂ ਵਿੱਚ ਹਾਜ਼ਰ ਕਰ ਦਿੱਤੇ। ਕੋਈ ਕਿਸੇ ਥਾਂ ਤੋਂ ਕਿਸੇ ਵਸਤਾ ਲੈ ਕਰ ਆਇਆ, ਕਿਉਂਕਿ ਪੁਰਾਣੇ ਸਮਿਆਂ ਦੇ ਅੰਦਰ ਇਹ ਮਹਾਨ ਆਹਾਰ ਹੁੰਦੇ ਸਨ। ਜਿਹੜੇ ਸਾਡੇ ਪੁਰਖੇ ਬਜ਼ੁਰਗ ਹੁੰਦੇ ਸਨ ਨਾ, ਉਹ ਬੜੇ ਚਾਉ ਸਹਿਤ ਇਹ ਜਿਹੜੇ ਫਲ ਆਦਿਕ ਜਾਂ ਇਹ ਮੁਰੱਬੇ ਆਦਿਕ ਛਕਿਆ ਕਰਦੇ ਸਨ, ਕਿਉਂਕਿ ਜਿੱਥੇ ਇਹ ਰਸਨਾ ਦੇ ਲਈ ਰਸਦਾਇਕ ਪਦਾਰਥ ਨੇ, ਉੱਥੇ ਇਹ ਸਾਡੇ ਸਰੀਰ ਦੇ ਲਈ ਵੀ ਬਹੁਤ ਲਾਭਵੰਦ ਵਸਤੂਆਂ ਨੇ। ਇਹਨਾਂ ਵਿੱਚ ਕੁਝ ਐਸੇ ਤੱਤ ਨੇ ਜਿਨ੍ਹਾਂ ਨੂੰ ਛਕਣ ਨਾਲ ਜਿਹੜਾ ਇਹ ਸਾਡਾ ਸਰੀਰ ਹੈ ਇਹ ਬੇਅੰਤ ਰੋਗਾਂ ਤੋਂ ਬਚਦਾ ਹੈ। ਸੋ ਉਸ ਵਕਤ ਇਹ ਜਿਹੜੇ ਆਹਾਰ ਨੇ ਇਹ ਬਹੁਤ ਵੱਡੇ ਪੱਧਰ ਤੇ ਆਮ ਅਕਸਰ ਲੋਕ ਛਕਿਆ ਕਰਦੇ ਸਨ। ਜਿਸ ਵਕਤ ਸਤਿਗੁਰੂ ਆਏ, ਬੇਅੰਤ ਸਿੱਖ ਸੰਗਤਾਂ ਆਪਣੇ ਆਪਣੇ ਘਰਾਂ ਤੋਂ, ਬਾਜ਼ਾਰਾਂ ਤੋਂ, ਹੋਰ ਜਥਾ ਸ਼ਕਤ ਜਿਨ੍ਹਾਂ ਨੂੰ ਜੋ ਚੀਜ਼ ਚੰਗੀ ਲੱਗੀ ਉਹ ਮਹਾਰਾਜ ਕੀ ਸੇਵਾ ਵਿੱਚ ਲੈ ਕਰਕੇ ਸਤਿਗੁਰੂ ਜੀ ਕੇ ਦਰਬਾਰ ਅੰਦਰ ਮਹਾਰਾਜ ਜੀ ਨੂੰ ਛਕਾਉਣ ਦੇ ਲਈ ਹਾਜ਼ਰ ਹੋ ਗਏ। ਤੇ ਮਹਾਰਾਜ ਕੇ ਜਿਹੜੇ ਰਸੋਈਏ ਸਿੱਖ ਹਨ ਉਹਨਾਂ ਨੇ ਉਹ ਸਾਰਾ ਪਦਾਰਥ ਜਿਹੜਾ ਹੈ ਪਰੋਸ ਕਰਕੇ ਮਹਾਰਾਜ ਜੀ ਕੇ ਰਸਨਾ ਲਾਇਕ ਕਰਨ ਦੇ ਲਈ ਹਾਜ਼ਰ ਕੀਤਾ ਹੈ। ਅਨਕ ਅਚਾਰਨ ਲਿਆਵਨ ਠਾਨਾ, ਨਾਨਾ ਪ੍ਰਕਾਰ ਦੇ ਸੰਗਤਾਂ ਨੇ ਅਚਾਰ ਲੈ ਆਂਦੇ। ਜਿਵੇਂ ਆਪਾਂ ਵੇਖਦੇ ਹਾਂ ਨਾ, ਕਈ ਵੰਨੀਆਂ ਦੇ ਅਚਾਰ, ਜਿਵੇਂ ਅੰਬ ਦਾ ਅਚਾਰ ਹੈ, ਨਿੰਬੂ ਦਾ ਅਚਾਰ ਹੈ, ਮਿਰਚ ਦਾ ਅਚਾਰ, ਹੋਰ ਬਹੁਤ ਸਾਰੇ ਅਚਾਰ ਹਨ। ਸੋ ਨਾਨਾ ਪ੍ਰਕਾਰ ਦੇ ਅਚਾਰ ਹੀ ਹਨ, ਬਾਕੀ ਰਸਤੇ ਬਹੁਤ ਹਨ। ਜਿਵੇਂ ਕਈ ਪ੍ਰਕਾਰ ਦੇ ਸਲਵਣ ਸਬਜ਼ੀਆਂ ਦੇ ਰਸ, ਕਈ ਪ੍ਰਕਾਰ ਦੇ ਸੂਪਕਾਰ ਪੀਣ ਵਾਲੇ ਪਦਾਰਥ, ਛਕਣ ਦੇ ਲਈ ਘਿਓ, ਤੇ ਜਿਵੇਂ ਹੋਰ ਕਈ ਕੜਾਹ ਪ੍ਰਸ਼ਾਦ ਆਦਿ ਕਈ ਤਰ੍ਹਾਂ ਦੇ ਪਦਾਰਥ, ਖੀਰ ਪੂੜੇ ਆਦਿ। ਸੋ ਇੱਦਾਂ ਬੇਅੰਤ ਸੰਗਤਾਂ ਨੇ ਬੇਅੰਤ ਤਰ੍ਹਾਂ ਦੇ ਪਦਾਰਥ ਮਹਾਰਾਜ ਜੀ ਕੇ ਛਕਣ ਦੇ ਲਈ ਉਸ ਸਥਾਨ ਤੇ ਹਾਜ਼ਰ ਕਰ ਦਿੱਤੇ ਹਨ ਵੀ ਮਹਾਰਾਜ ਇਹ ਪਦਾਰਥ ਰਸਨਾ ਲਾਇਕ ਕਰਨਾ। ਹੁਣ ਇਹ ਸਾਰੇ ਪਦਾਰਥ ਮਹਾਰਾਜ ਛਕਣਗੇ ਤੇ ਅਸੀਂ ਇਹ ਨਹੀਂ ਕਹਿ ਸਕਦੇ ਮਹਾਰਾਜ ਨੇ ਤੇ ਕੇਵਲ ਕੁਝ ਪਦਾਰਥ ਰਸਨਾ ਲਾਇਕ ਕਰਨੇ ਹਨ, ਪਰੰਤੂ ਜਦੋਂ ਗੁਰੂ ਕੀ ਸੰਗਤ ਇਹ ਪਦਾਰਥ ਛਕੇਗੀ ਤੇ ਉਹ ਵੀ ਗੁਰਸਿੱਖ ਪ੍ਰੀਤ ਗੁਰੂ ਮੁਖ ਪਾਏ। ਸੋ ਉਹ ਵੀ ਮਹਾਰਾਜ ਜੀ ਕੇ ਮੁਖ ਵਿੱਚ ਹੀ ਪੈਣਾ। ਇਸ ਵਿਧ ਕਾਸ਼ੀ ਦੀ ਸੰਗਤਾਂ ਨੇ ਮਹਾਰਾਜ ਜੀ ਕੇ ਲੰਗਰ ਦੀ ਇਹ ਸੇਵਾ ਕੀਤੀ ਹੈ ਤੇ ਬੇਅੰਤ ਵੱਡੇ ਪੱਧਰ ਤੇ ਬੇਅੰਤ ਤਰ੍ਹਾਂ ਦੇ ਪਦਾਰਥ ਮਹਾਰਾਜ ਜੀ ਕੀ ਸੇਵਾ ਅੰਦਰ ਹਾਜ਼ਰ ਕੀਤੇ ਸਨ। ਕਹਿ ਲੋ ਗਿਨੋ ਅਨੇਕ ਪ੍ਰਕਾਰਾ। ਭਾਈ ਸੰਤੋਖ ਸਿੰਘ ਸਾਹਿਬ ਜੀ ਇੱਥੇ ਜ਼ਿਕਰ ਕਰਦੇ ਹਨ ਵੀ ਅਸੀਂ ਸਾਰੇ ਗਿਣ ਕੇ ਨਹੀਂ ਦੱਸ ਸਕਦੇ, ਕਿਉਂਕਿ ਇੱਕ ਭਾਵਨਾ ਹੈ ਨਾ ਗੁਰਮੁਖੋ। ਅੱਜ ਵੀ ਵੇਖੋ, ਮੈਂ ਇੱਥੇ ਇੱਕ ਉਦਾਹਰਨ ਦੇ ਦਿੰਦਾ। ਕਈ ਵਾਰ ਮਹਾਰਾਜ ਜੀ ਕੀ ਸਵਾਰੀ ਨਗਰ ਕੀਰਤਨ ਦੇ ਰੂਪ ਵਿੱਚ ਵੱਖ-ਵੱਖ ਨਗਰਾਂ ਵਿੱਚ ਜਾਂਦੀ ਹੈ ਤੇ ਆਪਾਂ ਵੇਖਦੇ ਹਾਂ ਕਈ ਨਗਰਾਂ ਦੇ ਮਨੁੱਖਾਂ ਦੀ ਭਾਵਨਾ ਐਸੀ ਹੁੰਦੀ ਹੈ ਵੀ ਬੇਅੰਤ ਤਰ੍ਹਾਂ ਦੇ ਨਾਨਾ ਪ੍ਰਕਾਰ ਦੇ ਪਦਾਰਥ ਜਿਹੜੇ ਹਨ ਸੰਗਤ ਦੀ ਸੇਵਾ ਵਿੱਚ ਹਾਜ਼ਰ ਕਰਨੇ ਹਨ। ਭਾਵੇਂ ਕਿ ਮੌਜੂਦਾ ਸਮੇਂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਨੇ, ਪਰ ਸੰਗਤ ਵਿੱਚ ਵੀ ਗੁਰੂ ਦਾ ਵਾਸਾ ਹੈ। ਸੋ ਸੰਗਤ ਦੀ ਸੇਵਾ ਵਿੱਚ ਵੀ ਕਈ ਗੁਰਮੁਖ ਜਿਹੜੇ ਹਨ ਫਿਰ ਨਾਨਾ ਪ੍ਰਕਾਰ ਦੇ ਜਿਹੜੇ ਪਕਵਾਨ ਹਨ, ਨਾਨਾ ਪ੍ਰਕਾਰ ਦੇ ਫਲ ਹਨ, ਨਾਨਾ ਪ੍ਰਕਾਰ ਦੇ ਸੂਪਕਾਰ ਪਦਾਰਥ ਹਨ, ਉਹ ਹਾਜ਼ਰ ਕਰ ਦਿੰਦੇ ਨੇ। ਇਸ ਵਿਧ ਕਾਸ਼ੀ ਦੀ ਸੰਗਤ ਦੀ ਇਹ ਇੱਛਾ ਹੈ ਵੀ ਮਹਾਰਾਜ ਆਏ ਹਨ ਤੇ ਮਹਾਰਾਜ ਜੀ ਕੀ ਸੇਵਾ, ਸੰਗਤ ਦੀ ਸੇਵਾ ਵਿੱਚ ਲੰਗਰਾਂ ਦੇ ਅੰਦਰ ਬੇਅੰਤ ਤਰ੍ਹਾਂ ਦੇ ਪਦਾਰਥ ਹੋਣੇ ਚਾਹੀਦੇ ਨੇ। ਭਾਈ ਸਾਹਿਬ ਜੀ ਕਹਿਣ ਲੱਗ ਨੂੰ ਕਿੱਥੋਂ ਤੱਕ ਗਿਣਤੀ ਕਰਕੇ ਦਸੀਏ, ਕਿਉਂਕਿ ਸਾਡੇ ਪਾਸ ਕੋਈ ਨਿਸ਼ਚਿਤ ਆંકੜਾ ਨਹੀਂ ਹੈ। ਅਨੇਕਾਂ ਹੀ ਤਰ੍ਹਾਂ ਦੇ ਅਨੇਕਾਂ ਪ੍ਰਕਾਰ ਦੇ ਪਦਾਰਥ ਜਿਹੜੇ ਸਨ ਛਕਣ ਹਿਤ ਮਹਾਰਾਜ ਜੀ ਕੇ ਸੰਗਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਆਪਣੇ ਲਈ ਸੰਗਤਾਂ ਨੇ ਇਸ ਥਾਂ ਤੇ ਹਾਜ਼ਰ ਕੀਤੇ ਸਨ। ਤ੍ਰਿਪਤਾਏ ਸਭ ਦੀਨ ਆਹਾਰਾ। ਤੇ ਫਿਰ ਇਤਨੇ ਖੁੱਲੇ ਪੱਧਰ ਤੇ ਪਦਾਰਥ ਵਰਤਾਏ ਗਏ ਕਿ ਜਿਤਨੇ ਵੀ ਸਿੱਖ ਸੰਗਤ ਮਹਾਰਾਜ ਜੀ ਕੀ ਹਜ਼ੂਰੀ ਵਿੱਚ ਹੈ, ਭਾਵੇਂ ਉਹ ਪਟਨੇ ਦੇਸ਼ ਤੋਂ ਨਾਲ ਆਏ ਹਨ ਜਾਂ ਇਸ ਦੇਸ਼ ਦੀ ਸੰਗਤ ਇਕੱਤਰ ਹੋਈ ਹੈ, ਸਭ ਨੇ ਤ੍ਰਿਪਤਾਏ ਭਾਵ ਜੀ ਭਰ ਕੇ, ਜਿਵੇਂ ਉਹ ਕਹਿ ਲਈਏ ਵੀ ਰੱਜ ਕੇ ਸਭ ਨੇ ਇਹ ਪਦਾਰਥ ਛਕਿਆ ਹੈ ਜੀ। ਜਿਤਨੀ ਸੰਗ ਸੰਗਤਾ ਆਈ। ਕਿਉਂਕਿ ਮਹਾਰਾਜ ਜੀ ਕੇ ਸੰਗ ਪਿਛਲੇ ਸਫ਼ਰ ਤੋਂ ਵੀ ਬਹੁਤ ਸਾਰੀਆਂ ਸੰਗਤਾਂ ਆਈਆਂ ਸਨ ਤੇ ਇੱਥੇ ਵੀ ਬਹੁਤ ਸੰਗਤ ਇਕੱਤਰ ਹੋਈ ਹੈ। ਇੱਕ ਸਮ ਸਭਨ ਦੇਗ ਵਰਤਾਈ। ਤੇ ਜਿਤਨੀ ਵੀ ਦੇਗ ਭਾਵ ਜਿਤਨਾ ਵੀ ਲੰਗਰ ਮਹਾਰਾਜ ਜੀ का ਤਿਆਰ ਹੋਇਆ ਜਾਂ ਜਿਤਨੇ ਪਦਾਰਥ ਸੰਗਤ ਲੈ ਕਰਕੇ ਆਈ ਹੈ, ਇੱਕ ਸਮ ਭਾਵ ਕੋਈ ਵਿਤਕਰਾ ਨਹੀਂ ਹੈ। ਤੇ ਗੁਰੂ ਕੇ ਲੰਗਰ ਵਿੱਚ ਤੇ ਵਿਤਕਰੇ ਵਾਲੀ ਕੋਈ ਗੱਲ ਹੈ ਹੀ ਨਹੀਂ, ਕਿਉਂਕਿ ਜੇ ਵਿਤਕਰਾ ਹੁੰਦਾ ਹੈ ਤੇ ਅਸੀਂ ਮੰਨ ਸਕਦੇ ਹਾਂ ਵੀ ਇਹ ਤੇ ਗੁਰੂ ਦੇ ਸਿਧਾਂਤ ਅਨੁਸਾਰ ਹੀ ਕਾਰਜ ਨਹੀਂ ਹੋ ਰਿਹਾ। ਗੁਰੂ ਕਾ ਲੰਗਰ ਸੰਗਤ ਵਿੱਚ ਸਮ ਵਰਤਦਾ ਹੈ।
ਸੋ ਇੱਕ ਸਮ ਸਭ ਸੰਗਤ ਵਰਤਾਈ, ਇੱਕ ਸਮ ਵਰਤਾਵਿਆਂ ਨੇ ਇੱਕੋ ਜਿਹਾ ਸਭ ਦੀ ਥਾਲੀ ਦੇ ਅੰਦਰ ਪਾਇਆ, ਸਭ ਨੂੰ ਛਕਣ ਦੇ ਲਈ ਦਿੱਤਾ ਤੇ ਸਭ ਸੰਗਤਾਂ ਨੇ ਮਹਾਰਾਜ ਜੀ ਕੇ ਇਸ ਲੰਗਰਾਂ ਦੇ ਅੰਦਰ ਜੀ ਭਰ ਕੇ ਪ੍ਰਸ਼ਾਦਾ ਛਕਿਆ ਹੈ ਜੀ। ਗੁਰੂ ਹੁਕਮ ਤੇ ਅਚੋ ਸਾਰੇ, ਪ੍ਰਥਮ ਮਹਾਰਾਜ ਜੀ ਨੇ ਰਸਨਾ ਲਾਇਕ ਕੀਤਾ, ਫਿਰ ਹੁਕਮ ਦਿੱਤਾ, ਫਿਰ ਸਾਰੀ ਸੰਗਤ ਨੇ ਉਹ ਪਦਾਰਥ ਛਕਿਆ ਹੈ ਜੀ। ਦਿਓ ਨਾ ਕਰਬੇ ਕਿਸੈ ਆਹਾਰੇ, ਦਿਓ ਨਾ ਕਰਬੇ ਮਹਾਰਾਜ ਜੀ ਨੇ ਆਪ ਛਕਿਆ ਤੇ ਮਹਾਰਾਜ ਨੇ ਕਿਹਾ ਕਿ ਭਾਈ ਇੱਥੇ ਹੁਣ ਕੋਈ ਭੁੱਖਾ ਨਹੀਂ ਰਹਿਣਾ ਚਾਹੀਦਾ, ਜਿਤਨਾ ਕਿਸੇ ਦੀ ਮਨਸ਼ਾ ਹੈ ਜੀ ਕਬ ਜੀ ਭਰ ਕੇ ਇਹ ਪਦਾਰਥ ਹੈ ਗੁਰੂ ਕਾ ਲੰਗਰ ਛਕੋ ਜੀਓ। ਉਤਸਵ ਭਇਓ ਮਿਲਿਓ ਵੱਡ ਮੇਲਾ, ਇਸ ਬਿਦ ਕਾਸ਼ੀ ਦੀ ਧਰਤੀ ਤੇ ਭਾਈ ਸੰਤੋਖ ਸਿੰਘ ਸਾਹਿਬ ਜ਼ਿਕਰ ਕਰਦੇ ਹਨ ਵੀ ਬਹੁਤ ਭਾਰੀ ਇਕੱਠ ਹੋ ਗਿਆ, ਬਹੁਤ ਵੱਡਾ ਮੇਲੇ ਦੇ ਰੂਪ ਵਿੱਚ ਸੰਗਤਾਂ ਇਕੱਤਰ ਹੋ ਗਈਆਂ ਦੂਰ ਦੇਸ਼ਾਂ ਤੋਂ ਜਾਂ ਪੂਰੇ ਕਾਸ਼ੀ ਨਗਰ ਤੋਂ, ਜਿੱਥੇ ਜਿੱਥੇ ਵੀ ਨਾਨਕ ਨਾਮ ਲੇਵਾ ਪਿਆਰ ਵਾਲੀ ਸਿੱਖ ਸੰਗਤ ਵਸਦੀ ਹੈ ਤੁਰਤ ਹਾਜ਼ਰ ਹੋ ਗਏ। ਸੋ ਬਹੁਤ ਭਾਰੀ ਇਕੱਠ ਉਸ ਦਿਨ ਹੋਇਆ ਜਿਸ ਦਿਨ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਪਟਨਾ ਸਾਹਿਬ ਦੀ ਧਰਤੀ ਤੋਂ ਚੱਲਦੇ ਹੋਏ ਪੰਜਾਬ ਦੇਸ਼ ਆਉਣ ਦੇ ਲਈ ਪਹਿਲਾ ਪੜਾਅ ਆਪਣਾ ਕਾਸ਼ੀ ਦੇਸ਼ ਵਿੱਚ ਕਰਦੇ ਹਨ। ਚਾਹੇ ਦਰਸ਼ਨ ਤੇ ਜਨਮ ਸੁਹੇਲਾ, ਕਿਉਂਕਿ ਮਹਾਰਾਜ ਜੀ ਕੇ ਦਰਸ਼ਨਾਂ ਵਿੱਚ ਹੀ ਐਸੀ ਬਖਸ਼ਿਸ਼ ਹੈ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਜਨਮ ਮਰਨ ਕੱਟੇ ਜਾਂਦੇ ਹਨ, ਜਨਮ ਸਫਲ ਹੁੰਦਾ ਹੈ ਜੀ। ਜਾਮੋ ਨਿਸਾਲੋ ਦੇਖਤ ਰਹੇ, ਜਾਮ ਨਿਸ਼ਾ ਲੋ, ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਭਾਵਨਾ ਸਹਿਤ ਬੇਅੰਤ ਸਿੱਖ ਸੰਗਤਾਂ ਮਹਾਰਾਜ ਜੀ ਦਾ ਜਿਹੜਾ ਦਰਸ਼ਨ ਹੈ ਉਹ ਕਰਦੇ ਰਹੇ ਸਨ। ਬਹੁਰ ਨੀਂਦ ਸੁਕੋ ਉਰ ਲਹੇ, ਬਹੁਰ ਫਿਰ ਜਿਵੇਂ ਰਾਤਰੀ ਵੇਲਾ ਹੋ ਗਿਆ, ਮਹਾਰਾਜ ਜੀ ਕੇ ਜਿਹੜੇ ਦੀਵਾਨ ਹਨ ਇਹਨਾਂ ਦੀ ਸਮਾਪਤੀ ਹੋਈ, ਮਹਾਰਾਜ ਵੀ ਵਿਸ਼ਰਾਮ ਵਿੱਚ ਤੇ ਬਾਕੀ ਸੰਗਤ ਵੀ ਵਿਸ਼ਰਾਮ ਆਦਿ ਕਰਦੇ ਹਨ। ਨਿਜ ਨਿਜ ਥਾਨ ਜਥਾ ਸੁਖ ਸੋਏ, ਜਿਸ ਦੇ ਸਥਾਨ ਤੇ ਜਿੱਥੇ ਵੀ ਕੋਈ ਇੰਤਜ਼ਾਮ ਆਦਿਕ ਮਿਲਿਆ ਮਹਾਰਾਜ ਜੀ ਕੀ ਸਿੱਖ ਸੰਗਤ ਆਦਿਕ ਸਭ ਸੌਂ ਗਏ ਹਨ। ਗੁਰ ਗੁਣ ਉਰ ਤਰ ਕਰ ਸਭ ਕੋਏ, ਤੇ ਅੱਜ ਜੋ ਕੁਝ ਦਿਨ ਵੇਲੇ ਬਖਸ਼ਿਸ਼ ਮਾਣੀ ਹੈ, ਜਿਵੇਂ ਮਹਾਰਾਜ ਜੀ ਦਾ ਦੀਦਾਰ ਪਾਇਆ ਹੈ, ਜਿਵੇਂ ਦਰਸ਼ਨ ਕੀਤੇ ਹਨ, ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਜੋ ਕਿਰਪਾ ਮਹਾਰਾਜ ਜੀ ਕੇ ਚਰਨਾਂ 'ਚੋਂ ਮਿਲੀ ਹੈ, ਭਾਵ ਰਾਤ ਨੂੰ ਸੌਣ ਲੱਗੇ ਸਭ ਉਹੀ ਗੁਣ ਗਾ ਰਹੇ ਸਨ। ਮਹਾਰਾਜ ਜੀ ਕੀ ਜੋ ਦਰਸ਼ਨਾਂ ਦੀ ਬਖਸ਼ਿਸ਼ ਹੈ, ਮਹਾਰਾਜ ਜੀ ਕੇ ਜਿਹੜੇ ਕਰਤੱਵ ਹਨ, ਜਾਂ ਜਿਵੇਂ ਲੰਗਰਾਂ ਦੇ ਵਿੱਚ ਮਹਾਰਾਜ ਨੇ ਅੱਜ ਟੁੱਟ ਕੇ ਬਖਸ਼ਿਸ਼ ਵਰਤਾਈ। ਗੁਰ ਗੁਣ ਉਰ ਤਰ ਕਰ ਸਭ ਕੋਏ, ਜਿਤਨੇ ਵੀ ਹਾਜ਼ਰ ਹੋਏ ਹਨ ਨਾ ਮਾਈ ਭਾਈ ਸਿੱਖ ਸੰਗਤ ਮਸੰਦ ਆਦਿ, ਸੋ ਸਭ ਮਹਾਰਾਜ ਜੀ ਕੇ ਗੁਣਗਾਨ ਕਰ ਰਹੇ ਹਨ। ਜਾਮੋ ਨਿਸਾਤੇ ਆਸਾ ਵਾਰ, ਫਿਰ ਜਾਮ ਨਿਸ਼ਾ ਜਿਵੇਂ ਰਾਤਰੀ ਬਤੀਤ ਹੋਈ ਹੈ, ਦਿਨ ਚੜਿਆ ਹੈ, ਤੇ ਫਿਰ ਉਸੇ ਨੇਮ ਅਨੁਸਾਰ ਮਹਾਰਾਜ ਜੀ ਕੇ ਦੀਵਾਨ ਸਜੇ, ਰਬਾਬੀਆਂ ਨੇ ਆ ਕਰਕੇ ਆਸਾ ਕੀ ਵਾਰ ਦੇ ਕੀਰਤਨ ਪ੍ਰਾਰੰਭ ਕੀਤੇ ਹਨ। ਗਾਏ ਰਬਾਬੀ ਪ੍ਰੇਮ ਉਧਾਰ, ਰਬਾਬੀ ਜੋ ਹਨ ਬੜੇ ਪ੍ਰੇਮ ਸਹਿਤ ਮਹਾਰਾਜ ਜੀ ਕੀ ਅੰਮ੍ਰਿਤ ਬਾਣੀ ਦੇ ਕੀਰਤਨ ਗਾ ਰਹੇ ਸਨ। ਸੋਚੋ ਸਨਾਨ ਕਰੇ ਉੱਠ ਕਰਕੇ, ਮਹਾਰਾਜ ਜੀ ਵੀ ਆਪਣੇ ਨੇਮ ਅਨੁਸਾਰ ਪਹਿਰ ਰਾਤ ਰਹਿੰਦਿਆਂ ਇੱਕ ਪਹਿਰ ਰਾਤ ਤੋਂ ਪਹਿਲੇ ਮਹਾਰਾਜ ਆਪਣੇ ਆਸਨਾਂ ਤੋਂ ਉੱਠ ਜਾਂਦੇ ਸਨ, ਫਿਰ ਉਸ ਤੋਂ ਉਪਰੰਤ ਸਰੀਰਕ ਕਿਰਿਆ ਸ਼ੌਚ ਇਸ਼ਨਾਨ ਆਦਿ ਕਰਦੇ ਹਨ। ਇਸ ਵੇਦ ਰੋਜ਼ਾਨਾ ਦੀ ਤਰ੍ਹਾਂ ਕੀਤਾ ਹੈ ਜੀ। ਸਿਮਰੈ ਸਤ ਨਾਮ ਗੁਰ ਹਰਿ ਕੇ, ਫਿਰ ਉਸ ਤੋਂ ਉਪਰੰਤ ਮਹਾਰਾਜ ਕੋਈ ਇੱਕ ਪੈਰ ਦੇ ਲਈ ਸਮਾਧੀ ਸਥਿਤ ਹੋ ਜਾਂਦੇ ਹਨ। ਸਮਾਧੀ ਸਥਿਤ ਤੋਂ ਭਾਵ ਹੈ ਇਸ਼ਨਾਨ ਪਾਨ ਕਰਨ ਤੋਂ ਉਪਰੰਤ ਮਹਾਰਾਜ ਇਕਾਂਤ ਸਥਾਨ ਤੇ ਟਿਕ ਕਰਕੇ ਤੇ ਆਪਣੇ ਅੰਤਰਾਤਮਾ ਨੂੰ ਪਰਿਪੂਰਨ ਪਰਮਾਤਮਾ ਦੇ ਧਿਆਨ ਵਿੱਚ ਜੋੜ ਕਰਕੇ ਟਿਕ ਜਾਂਦੇ ਹਨ। ਫਿਰ ਜਦੋਂ ਤੱਕ ਸੂਰਜ ਨਹੀਂ ਨਾ ਚੜ੍ਹਦਾ ਗੁਰਮੁਖੋ, ਮਹਾਰਾਜ ਉਸੇ ਵਿਧ ਹੀ ਉਸ ਸਥਾਨ ਤੇ ਬੈਠੇ ਰਹਿੰਦੇ ਹਨ। ਜਿਵੇਂ ਦਿਨ ਚੜ੍ਹਦਾ ਹੈ ਫਿਰ ਮਹਾਰਾਜ ਨੇਤਰ ਖੋਲ੍ਹਦੇ ਹਨ, ਤਿਆਗ ਕਰਕੇ ਸੰਗਤਾਂ ਨੂੰ ਦਰਸ਼ਨ ਦਿਆ ਕਰਦੇ ਸਨ। ਸੋ ਮਹਾਰਾਜ ਹੁਣ ਆਪਣੇ ਧਿਆਨ ਸਿਮਰਨ ਦੇ ਅੰਦਰ ਟਿਕ ਗਏ ਹਨ। ਗੁਰ ਜਾਗੇ ਕਰ ਸੋਚ ਸਨਾਨਾ, ਮਹਾਰਾਜ ਜੀ ਨੇ ਵੀ ਇਸੇ ਵੇਲੇ ਜਿਵੇਂ ਸੰਗਤ ਰਬਾਬੀਆਂ ਨੇ ਅੰਮ੍ਰਿਤ ਵੇਲੇ ਦਾ ਇਸ਼ਨਾਨ ਪਾਨ ਕਰਕੇ ਕੀਰਤਨ ਪ੍ਰਾਰੰਭ ਕੀਤਾ, ਮਹਾਰਾਜ ਨੇ ਆਪਣੇ ਨੇਮ ਅਨੁਸਾਰ ਸ਼ੌਚ ਇਸ਼ਨਾਨ ਆਦਿ ਕੀਤਾ ਹੈ ਜੀ। ਕੋਸ਼ਿਸ਼ ਪਹਿਰੀ ਚਾਰ ਮਹਾਨਾ, ਫਿਰ ਮਹਾਰਾਜ ਜੀ ਨੇ ਬਹੁਤ ਸੁੰਦਰ ਅਤੀ ਸੁੰਦਰ ਪੋਸ਼ਾਕ ਜੋ ਕਿ ਮਹਾਰਾਜ ਆਪ ਆਪਣੇ ਤਨ ਤੇ ਪਾਇਆ ਕਰਦੇ ਸਨ, ਖਾਸ ਕਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਅਤੀ ਸੁੰਦਰ ਪੋਸ਼ਾਕ ਆਪਣੇ ਤਨ ਤੇ ਸਦੀਵ ਧਾਰਨ ਕਰਿਆ ਕਰਦੇ ਸਨ। ਸੋ ਮਹਾਰਾਜ ਸੁੰਦਰ ਪੋਸ਼ਾਕ ਪਾ ਕਰ ਤਿਆਰ ਹੁੰਦੇ ਹਨ। ਬੜੀ ਪ੍ਰਭਾਤੇ ਆਵਨ ਲਾਗੇ, ਫਿਰ ਜਿਵੇਂ ਦਿਨ ਚੜਿਆ ਹੈ, ਦਿਨ ਚੜ੍ਹਦਿਆਂ ਹੀ ਮਹਾਰਾਜ ਜੀ ਕੇ ਦੀਵਾਨ ਸਜੇ ਹੋਏ ਹਨ ਤੇ ਦੂਰ ਦੇਸ਼ਾਂ ਤੋਂ ਹੋਰ ਬਹੁਤ ਸਾਰੀਆਂ ਸੰਗਤਾਂ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਦਰਸ਼ਨ ਪਾਉਣ ਦੇ ਲਈ ਇਸ ਸਥਾਨ ਤੇ ਆਉਣ ਲੱਗੀਆਂ ਹਨ। ਤਰੈ ਉਪਾਇਨ ਮਨ ਅਨੁਰਾਗੇ। ਤੇ ਅਨੁਰਾਗ ਪ੍ਰੇਮ ਵਿੱਚ ਬਹੁਤ ਸਾਰੀਆਂ ਭੇਟਾਵਾਂ ਸੰਗਤ ਲੈ ਕਰਕੇ ਫਿਰ ਉਸੇ ਤਰ੍ਹਾਂ ਹੀ ਜਿਵੇਂ ਪਿਛਲੇ ਦਿਨ ਸੰਗਤਾਂ ਨੇ ਮਹਾਰਾਜ ਜੀ ਕੋ ਭੇਟਾ ਅਰਪਿਤ ਕੀਤੀ, ਮਹਾਰਾਜ ਜੀ ਕੇ ਚਰਨਾਂ ਵਿੱਚ ਅਰਦਾਸਾਂ ਕੀਤੀਆਂ, ਮਹਾਰਾਜ ਜੀ ਕੀ ਸੇਵਾ ਹੈ ਤੇ ਬੇਅੰਤ ਪਦਾਰਥ ਲੈ ਕਰਕੇ ਆਂਦੇ। ਸੋ ਹੁਣ ਫਿਰ ਉਸੇ ਤਰ੍ਹਾਂ ਹੀ ਅਗਲੇ ਦਿਨ ਵੀ ਬੇਅੰਤ ਸੰਗਤਾਂ ਬੇਅੰਤ ਤਰ੍ਹਾਂ ਦੀਆਂ ਭੇਟਾਵਾਂ ਆਦਿਕ ਲੈ ਕਰਕੇ ਪ੍ਰੇਮ ਸਹਿਤ ਮਹਾਰਾਜ ਜੀ ਕੇ ਚਰਨਾਂ ਵਿੱਚ ਹਾਜ਼ਰ ਹੋਈਆਂ ਹਨ। ਚੋ ਦਿਸ ਮੈਂ ਕਹਿ ਦੀਏ ਬਿਠਾਏ। ਚੌਦਿਸ਼ ਭਾਵ ਮਹਾਰਾਜ ਨੇ ਹੁਕਮ ਦਿੱਤਾ ਕਿ ਭਾਈ ਇਸ ਸਥਾਨ ਤੇ ਉਸੇ ਵੇਦ ਸੱਜ ਜਾਓ ਜਿਸ ਸਥਾਨ ਤੇ ਮਹਾਰਾਜ ਕੇ ਦੀਵਾਨ ਸਜੇ ਹੋਏ ਹਨ। ਉਹਦੇ ਚੌਗਿਰਦੇ ਹੀ ਸੰਗਤ ਜੋ ਹੈ ਮਹਾਰਾਜ ਕੇ ਹੁਕਮ ਸਹਿਤ ਬੈਠ ਰਹੀ ਹੈ। ਨਿਜ ਨਿਜ ਦਿਸ ਗੁਰ ਮੁਖ ਦਿਖਰਾਏ। ਨਿਜ ਨਿਜ ਦਿਸ਼ ਭਾਵ ਮਹਾਰਾਜ ਚੌਗਿਰਦੇ ਜਿਤਨੀ ਸੰਗਤ ਬੈਠੀ ਹੈ ਸਭ ਵੱਲ ਆਪਣਾ ਮੁਖ ਕਰਕੇ ਸਭ ਕਿਸੇ ਨੂੰ ਮਹਾਰਾਜ ਦਰਸ਼ਨ ਵੀ ਦੇ ਰਹੇ ਸਨ। ਧੀਰਜ ਦਈ ਸਬਨ ਕੋ ਤਬੈ। ਫਿਰ ਜਿਸ ਵਕਤ ਦੀਵਾਨਾਂ ਦੀ ਸਮਾਪਤੀ ਹੁੰਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਈ ਹੋਈ ਸਾਰੀ ਸੰਗਤ ਨੂੰ ਆਪਣੇ ਘਰੋਂ ਧੀਰਜ ਦੀ ਦਾਤ ਬਖਸ਼ੀ ਹੈ ਜੀ। ਆਨ ਅਨੰਦਪੁਰ ਹੇਰੋ ਕਬੈ। ਤੇ ਨਾਲ ਇਹ ਵੀ ਕਿਹਾ ਕਿ ਭਾਈ ਸੰਗਤ ਜੀ ਬੇਨਤੀ ਇਉਂ ਹੈ ਵੀ ਹੁਣ ਅਸੀਂ ਇਸ ਸਥਾਨ ਤੋਂ ਅਗਲੇ ਪੜਾਵਾਂ ਲਈ ਰਵਾਨਾ ਹੋਣਾ ਹੈ, ਕਿਉਂਕਿ ਅਸੀਂ ਆਪਣੇ ਨਿਜ ਦੇਸ਼ ਪੰਜਾਬ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਵਸਾਏ ਨਗਰ ਸ਼੍ਰੀ ਅਨੰਦਪੁਰ ਜਾ ਰਹੇ ਹਾਂ। ਤੇ ਜੇਕਰ ਅਗਲੇਰੇ ਸਮੇਂ ਦੇ ਵਿੱਚ ਕਿਸੇ ਵੀ ਗੁਰਸਿੱਖ ਪ੍ਰੇਮੀ ਦੀ ਸਾਡੇ ਦਰਸ਼ਨ ਕਰਨ ਦੀ ਇੱਛਾ ਹੈ ਜਾਂ ਕੋਈ ਵੀ ਭੇਟਾ ਆਦਿ ਗੁਰੂ ਘਰ ਵਿੱਚ ਕਿਸੇ ਨੇ ਦੇਣੀ ਹੈ, ਜਿਸ ਵੀ ਸਮੇਂ ਕਿਸੇ ਕੋਲ ਸਮਾਂ ਹੋਵੇ ਉਹ ਫਿਰ ਸ਼੍ਰੀ ਅਨੰਦਪੁਰ ਸਾਹਿਬ ਆ ਕਰਕੇ ਸਾਡੇ ਦਰਸ਼ਨ ਕਰ ਸਕਦਾ। ਇਸੇ ਤਰ੍ਹਾਂ ਹੀ ਦਰਬਾਰ ਵਿੱਚ ਖੁੱਲੇ ਸਾਡੇ ਦਰਸ਼ਨ ਉਸ ਸਥਾਨਪੁਰ ਹੋਣਗੇ ਜੀ। ਜਨਮ ਭੂਮ ਪਟਨੇ ਮੈਂ ਮੇਰੀ। ਨਾਲ ਸੰਗਤ ਨੂੰ ਇਹ ਵੀ ਕਿਹਾ ਵੀ ਸਾਡੀ ਜਿਹੜੀ ਜਨਮ ਭੂਮੀ ਹੈ ਭਾਵ ਜਿਸ ਸਥਾਨ ਤੇ ਮਹਾਰਾਜ ਪ੍ਰਗਟੇ ਹਨ ਪਟਨਾ ਸ਼ਹਿਰ ਵਿਖੇ ਪਵ ਲਿਓ, ਉਹ ਅਸਥਾਨ ਪਟਨੇ ਦੇ ਵਿੱਚ ਉਸੇ ਤਰ੍ਹਾਂ ਹੀ ਆਬਾਦ ਹੈ ਤੇ ਇਸੇ ਤਰ੍ਹਾਂ ਹੀ ਬਖਸ਼ਿਸ਼ ਵਰਤਦੀ ਰਹੇਗੀ ਜੀ। ਮਹਿਮਾ ਮਹਾ ਬਿਲੋਕਨ ਕੇਰੀ। ਆਪ ਜਦੋਂ ਵੀ ਕਦੇ ਮਨਸ਼ਾ ਹੋਵੇ ਦਿਲੇ ਇੱਛਾ ਹੋਵੇ ਉਸ ਪਵਿੱਤਰ ਸਥਾਨ ਤੇ ਜਾ ਕਰਕੇ ਦਰਸ਼ਨ ਪਾ ਸਕਦੇ ਹੋ। ਸਾਡੀ ਵਡਿਆਈ ਉਸੇ ਤਰ੍ਹਾਂ ਹੀ ਵਰਤੇਗੀ ਭਾਵ ਹਰ ਇੱਕ ਦੀ ਇੱਛਾ ਜਿਹੜੀ ਹੈ ਉਸ ਪਵਿੱਤਰ ਸਥਾਨ ਤੋਂ ਪੂਰੀ ਹੋਵੇਗੀ। ਦਰਸੋ ਨਿਤ ਹੀ ਨੇਮ ਨਿਬਾਹੋ। ਤੇ ਜਿਵੇਂ ਆਪ ਜੀ ਦਾ ਮਨ ਚਾਹੁੰਦਾ ਹੈ ਕਿ ਰੋਜ਼ਾਨਾ ਆਪ ਬੇਨਤੀ ਕਰ ਰਹੇ ਹੋ ਤੁਹਾਡੇ ਦਰਸ਼ਨ ਹੋਣ, ਸੋ ਉਸ ਪਵਿੱਤਰ ਸਥਾਨ ਤੇ ਜਾ ਕੇ ਵੀ ਆਪ ਦਰਸ਼ਨ ਪਾ ਸਕਦੇ ਹੋ। ਤੇ ਜੇ ਪ੍ਰਤੱਖ ਰੂਪ ਵਿੱਚ ਇਸ ਮੂਰਤ ਨੂੰ ਤੱਕਣਾ ਹੈ ਤੇ ਫਿਰ ਸ਼੍ਰੀ ਅਨੰਦਪੁਰ ਸਾਹਿਬ ਜਾ ਆ ਕਰਕੇ ਸਾਡੇ ਦਰਸ਼ਨ ਜਿਹੜੇ ਹੈ ਆਪ ਪ੍ਰਾਪਤ ਕਰ ਸਕਦੇ ਹੋ। ਸਰਦਾ ਸਹਿਤ ਕਾਮਨਾ ਪਾਵੋ। ਪਰੰਤੂ ਹਾਂ ਜੇ ਸਤਿਗੁਰੂ ਜੀ ਕੇ ਦਰਸ਼ਨ ਕਰਨੇ ਹਨ ਤੇ ਸ਼ਰਧਾ ਸਹਿਤ ਇਸ ਕਾਰਜ ਨੂੰ ਕਰਨਾ। ਫਿਰ ਇਹਨਾਂ ਦਰਸ਼ਨਾਂ ਦਾ ਜਿਹੜਾ ਮਹਾਤਮ ਹੈ ਵਡਿਆਈ ਹੈ ਉਹ ਆਪ ਸਭ ਨੂੰ ਹਰ ਕਿਸੇ ਨੂੰ ਪ੍ਰੇਮ ਵਾਲੇ ਸਿੱਖ ਨੂੰ ਪ੍ਰਾਪਤ ਹੋਵੇਗੀ। ਹੋਏ ਵਿਸਾਲ ਪ੍ਰੇਮੀ ਸਿੱਖ ਜੋਏ। ਭਾਵ ਜਿਤਨੇ ਵੀ ਸਿੱਖ ਹਨ ਭਾਵ ਜਿਨ੍ਹਾਂ ਦੇ ਅੰਦਰ ਮਹਾਰਾਜ ਜੀ ਕੇ ਚਰਨਾਂ ਦੇ ਨਾਲ ਡੂੰਘਾ ਪਿਆਰ ਜੁੜਿਆ ਹੋਇਆ ਹੈ। ਆਨ ਅਨੰਦਪੁਰ ਦਰਸੈ ਸੋਏ। ਤੇ ਸਾਡੇ ਜਿਹੜੇ ਅਨੰਨ ਪ੍ਰੇਮੀ ਸਿੱਖ ਹਨ ਉਹ ਫਿਰ ਸਾਨੂੰ ਉਸ ਸਥਾਨ ਤੇ ਆ ਕਰਕੇ ਮਿਲਣਗੇ ਭਾਵ ਸਾਡੇ ਦਰਸ਼ਨ ਕਰਨਗੇ ਜੀ। ਇਤ ਆਦਿਕੈ ਦੈ ਦੈ ਧੀਰ। ਇਸ ਵਿਦ ਭਾਈ ਸੰਤੋਖ ਸਿੰਘ ਸਾਹਿਬ ਜ਼ਿਕਰ ਕਰਦੇ ਹਨ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਾਂਸ਼ੀ ਦੀ ਧਰਤੀ ਤੇ ਬੈਠਿਆਂ ਜਿੱਥੇ ਬੇਅੰਤ ਵੱਡੀ ਸੰਗਤ ਮਹਾਰਾਜ ਜੀ ਕੀ ਹਜ਼ੂਰੀ ਵਿੱਚ ਇਕੱਤਰ ਹੋਈ ਤੇ ਬੇਨਤੀ ਕੀਤੀ ਸੀ ਦਰਸ਼ਨਾਂ ਲਈ, ਮਹਾਰਾਜ ਨੇ ਸਾਰੀ ਸੰਗਤ ਨੂੰ ਇਹ ਜੁਗਤ ਦੇ ਕਰਕੇ ਧੀਰਜਤਾ ਦੀ ਦਾਤ ਬਖਸ਼ੀ ਹੈ। ਚੌਦਿਸ ਮੈਂ ਸੰਗਤ ਕੀ ਪੀਰ। ਤੇ ਬੇਅੰਤ ਵੱਡੀ ਭੀੜ ਇਸ ਦਿਨ ਮਹਾਰਾਜ ਜੀ ਕੇ ਚੁਗਿਰਦੇ ਸੰਗਤ ਦੀ ਜੁੜੀ ਹੋਈ ਹੈ ਜੀ। ਚੜੇ ਪਾਲਕੀ ਮੈਂ ਤਤਕਾਲ। ਉਸ ਤੋਂ ਉਪਰੰਤ ਮਹਾਰਾਜ ਇੱਕ ਰਾਤ ਦਾ ਸਮਾਂ ਜਿਹੜਾ ਹੈ ਇਸ ਸਥਾਨ ਤੇ ਬਤੀਤ ਕਰਨ ਉਪਰੰਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਸੇ ਵੇਦੀ ਮਾਤਾ ਜੀ ਕੇ ਸਾਥ ਅਗਲੇ ਸਫ਼ਰ ਦੇ ਲਈ ਪੰਜਾਬ ਦੇਸ਼ ਦੇ ਲਈ ਰਵਾਨਾ ਹੁੰਦੇ ਹਨ। ਜਿਵੇਂ ਤੁਰ ਰਹੇ ਹਨ ਚੜੇ ਪਾਲਕੀ ਮਹਿ ਤਤਕਾਲ, ਫਿਰ ਬਹੁਤਾ ਸਮਾਂ ਉਸ ਸਥਾਨ ਤੇ ਨਾ ਰੁਕਦੇ ਹੋਏ ਮਹਾਰਾਜ ਜਲਦੀ ਹੀ ਪਾਲਕੀ ਤੇ ਚੜ ਕੇ ਰਵਾਨਾ ਹੋ ਗਏ। ਗਮਨੋ ਸਭ ਸੋ ਕਹੋ ਕਿਰਪਾਲ। ਤੇ ਮਹਾਰਾਜ ਨੇ ਹੁਕਮ ਦੇ ਦਿੱਤੇ ਕਿ ਭਾਈ ਜਿਹੜੇ ਜਿਹੜੇ ਗੁਰੂ ਕੇ ਸਿੱਖ ਸਾਡੇ ਨਾਲ ਚੱਲ ਰਹੇ ਹਨ ਉਹਨਾਂ ਸਭ ਦੇ ਲਈ ਇਹ ਸਾਡਾ ਹੁਕਮ ਹੈ ਵੀ ਹੁਣ ਜਲਦੀ ਆਪਾਂ ਨੇ ਇਸ ਸਥਾਨ ਤੋਂ ਚਾਲੇ ਕਰਨੇ ਹਨ। ਇਸੇ ਵਿਧ ਹੀ ਅਗਲੇ ਪੜਾਅ ਅਗਲੇ ਸਫ਼ਰ ਦੇ ਲਈ ਚੱਲੋ ਜੀ। ਪਰੇ ਪੰਥ ਸੰਦਨ ਅਰ ਡੋਰੇ। ਪਰੇ ਪੰਥ ਮਹਾਰਾਜ ਜੀ ਕੇ
ਜਿਹੜੀ ਸਵਾਰੀ ਹੈ ਉਹ ਇਸ ਰਸਤੇ ਤੇ ਤਿਆਰ ਹੋ ਕੇ ਚੱਲੀ ਹੈ। ਮਾਤਾ ਜੀ ਕੇ ਜਿਹੜੇ ਪਾਲਕੀ ਹੈ ਉਹ ਵੀ ਚੱਲੇ ਹਨ ਤੇ ਹੋਰ ਗੁਰੂ ਕੇ ਜਿਹੜੇ ਸਿੱਖ ਹਨ ਉਹ ਵੀ ਆਪਣੀ ਸਵਾਰੀ ਘੋੜਿਆਂ ਆਦਿਕ ਤੇ ਤਿਆਰ ਹੋ ਕੇ ਚੱਲਦੇ ਹਨ। ਏਕ ਚਲੇ ਆਵਤ ਗੁਰ ਉਰੇ। ਤੇ ਮਹਾਰਾਜ ਇਸ ਵਿਧ ਆਪ ਸੰਗਤ ਸਹਿਤ ਇਸ ਦੇਸ਼ ਵੱਲ ਨੂੰ ਚੱਲ ਕੇ ਆ ਰਹੇ ਸਨ। ਇੱਕ ਕਰ ਕਰ ਬੰਦਰ ਮੁਰ ਪਰੇ। ਤੇ ਬਹੁਤ ਸਾਰੇ ਐਸੇ ਹਨ ਉਸ ਦੇਸ਼ ਦੇ ਗੁਰੂ ਨਾਨਕ ਨਾਮ ਲੈਵਾ ਪਿਆਰ ਵਾਲੇ ਸਿੱਖ ਜਿਹੜੇ ਮਹਾਰਾਜ ਜੀਓ ਕੇ ਦਰਸ਼ਨ ਪਾ ਕੇ ਨਮਸਕਾਰ ਕਰਕੇ ਤੇ ਵਾਪਸ ਆਪਣੇ ਦੇਸ਼, ਜਾਂ ਜਿਵੇਂ ਪਟਨੇ ਵਾਸੀ ਕੁਝ ਸਾਗ ਆਏ ਉਹ ਵੀ ਇੱਥੋਂ ਵਾਪਸ ਆਪਣੇ ਦੇਸ਼ ਮੁੜ ਪਏ ਹਨ। ਜਸ ਉਚਰਤ ਚਿਤਵਤ ਕਰ ਬਰੇ। ਤੇ ਜਿਵੇਂ ਵਾਪਸ ਜਾ ਰਹੇ ਹਨ ਰਸਤੇ ਦੇ ਵਿੱਚ ਮਹਾਰਾਜ ਜੀ ਕੀ ਵਡਿਆਈ ਗਾਇਨ ਕਰ ਰਹੇ ਹਨ, ਮਹਾਰਾਜ ਜੀ ਕੇ ਕੌਤਕਾਂ ਦਾ ਵਿਖਿਆਨ ਕਰ ਰਹੇ ਹਨ, ਜਾਂ ਮਹਾਰਾਜ ਜੀ ਕੇ ਦਰਬਾਰ ਵਿੱਚ ਜੋ ਅਜਬ ਨਜ਼ਾਰੇ ਵੇਖੇ ਹਨ, ਜਾਂ ਮਹਾਰਾਜ ਜੀ ਕੇ ਮੁਖ ਤੋਂ ਜਿਹੜੇ ਅਗੰਮੀ ਬਚਨ ਸੁਣੇ ਹਨ, ਬਸ ਉਹੀ ਬਾਤਾਂ ਉਹੀ ਗੁਣਗਾਨ ਕਰਦੇ ਹੋਏ ਵਾਪਸ ਆਪਣੇ ਘਰ ਪਹੁੰਚਦੇ ਹਨ। ਏਕ ਦੂਰ ਲੋ ਗੁਰ ਸੰਗ ਆਏ। ਤੇ ਕੁਝ ਐਸੇ ਹਨ ਜਿਹੜੇ ਕੋਈ ਇੱਕ ਜਾਂ ਦੋ ਕੋ ਮਹਾਰਾਜ ਜੀ ਕੇ ਸੰਗ ਮਹਾਰਾਜ ਜੀ ਕੀ ਸਵਾਰੀ ਸਹਿਤ ਨਾਲ ਤੁਰੇ ਹਨ। ਕਹਿ ਪੋ ਬਾਰੀ ਸਿੱਖ ਹਟਾਏ। ਤੇ ਮਹਾਰਾਜ ਜੀਆਂ ਨੇ ਫਿਰ ਕਈ ਵਾਰ ਉਹਨਾਂ ਨੂੰ ਇਸ ਗੱਲੋਂ ਟੋਕਿਆ, ਭਾਈ ਸਾਡਾ ਜਿਹੜਾ ਰਸਤਾ ਹੈ ਉਹ ਬਹੁਤ ਲੰਬੇਰਾ ਹੈ, ਪੰਜਾਬ ਦੇਸ਼ ਪਹੁੰਚਣਾ ਹੈ। ਸੋ ਇਸ ਵਿਧ ਨਾ ਆਪ ਇੱਥੋਂ ਹੀ ਹੁਣ ਵਾਪਸ ਆਪਣੇ ਰਸਤੇ ਆਪਣੇ ਘਰ ਮੁੜ ਜਾਓ। ਸੋ ਇਸ ਬਾਅਦ ਕਈ ਵਾਰ ਮਹਾਰਾਜ ਜੀ ਦੇ ਕਹਿਣ ਤੋਂ ਫਿਰ ਉਹ ਜਿਹੜੇ ਸਿੱਖ ਸਨ ਉਹ ਵਾਪਸ ਆਪਣੇ ਥਾਵਾਂ ਤੇ ਪਰਤ ਗਏ, ਮੁੜ ਗਏ ਹਨ। ਚਰਨ ਪਰਸੈ ਆਸੂ ਕੇਰੈ। ਤੇ ਜਿਵੇਂ ਜਿਵੇਂ ਮਹਾਰਾਜ ਜੀਆਂ ਤੋਂ ਰਸਤੇ ਵਿੱਚ ਇਜਾਜ਼ਤ ਲੈਂਦੇ ਹਨ, ਕੋਈ ਇੱਕ ਦੋ ਕੋ ਸੰਗ ਚੱਲਦਾ ਹੈ, ਕੋਈ ਚਾਰ ਕੋ, ਇਸ ਵਿਧ ਤੇ ਜਿੱਥੋਂ ਤੱਕ ਸੰਭਵ ਹੁੰਦਾ ਹੈ ਫਿਰ ਉੱਥੋਂ ਅੱਗੇ ਆਪਣੇ ਨਗਰ ਨੂੰ ਮੁੜ ਜਾਂਦੇ ਹਨ। ਤੇ ਜਿਵੇਂ ਮਹਾਰਾਜ ਜੀਆਂ ਤੋਂ ਇਜਾਜ਼ਤ ਲੈਂਦੇ ਹਨ ਰਸਤੇ ਵਿੱਚ ਚਰਨ ਸਪਰਸ਼ ਕਰਦੇ ਹਨ, ਵੰਦਨ ਕਰਦੇ ਹਨ, ਨਮਸਕਾਰ ਕਰਕੇ ਨਾਲ ਭਾਈ ਸਾਹਿਬ ਜੀ ਇਹ ਵੀ ਸ਼ਬਦ ਲਿਖਦੇ ਨੇ ਆਸੁਨ ਕੇਰੈ, ਕਿਉਂਕਿ ਵਿਯੋਗ ਹੋ ਰਿਹਾ ਹੈ ਨਾ ਸਰੀਰ ਕਰਕੇ, ਹੁਣ ਦਰਸ਼ਨ ਅਸੰਭਵ ਨੇ। ਇਸ ਲਈ ਫਿਰ ਨੇਤਰਾਂ ਦੇ ਵਿੱਚੋਂ ਵੈਰਾਗ ਦਾ ਜਿਹੜਾ ਜਲ ਹੈ ਉਹ ਵੀ ਕੁਝ ਗੁਰਸਿੱਖ ਜਿਹੜੇ ਪਿਆਰ ਵਾਲੇ ਸਨ ਉਹਨਾਂ ਦੇ ਨੇਤਰਾਂ ਵਿੱਚੋਂ ਇਹ ਜਲ ਵੀ ਵਗਦਾ ਹੈ ਜੀ। ਇੱਕ ਥਿਰ ਰਹੇ ਇੱਕ ਹਟ ਹੇਰੈ। ਕੁਝ ਮਹਾਰਾਜ ਜੀ ਕੇ ਸੰਗ ਟਿਕ ਗਏ ਹਨ ਤੇ ਕੁਝ ਇਸ ਵਿਧ ਮਹਾਰਾਜ ਜੀਆਂ ਤੋਂ ਇਜਾਜ਼ਤ ਲੈ ਕਰਕੇ ਵਾਪਸ ਆਪਣੇ ਦੇਸ਼ ਮੁੜ ਰਹੇ ਹਨ, ਵਾਪਸ ਆਪਣੇ ਨਗਰਾਂ ਨੂੰ ਮੁੜ ਰਹੇ ਹਨ। ਸੋ ਇਸ ਵਿਧ ਪ੍ਰਥਮ ਮਹਾਰਾਜ ਜੀ ਪਟਨੇ ਤੋਂ ਚੱਲ ਕਰਕੇ ਕਾਸ਼ੀ ਤੇ ਕਾਸ਼ੀ ਤੋਂ ਅੱਗੇ ਹੋਰ ਬਹੁਤ ਥਾਵਾਂ ਤੇ ਪੜਾਅ ਕਰਦੇ ਹੋਏ ਇੱਧਰ ਪੰਜਾਬ ਦੇਸ਼ ਆਪਣੇ ਵਸਾਏ ਹੋਏ ਪਿਤਾ ਗੁਰਦੇਵ ਜੀ ਕੇ ਵਸਾਏ ਨਗਰ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਹੇ ਨੇ। ਸੋ ਜਿੱਥੇ ਜਿੱਥੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਰਾਂ ਨੇ ਆਪਣੇ ਇਹ ਪੜਾਅ ਕੀਤੇ ਹਨ, ਜਿੱਥੋਂ ਦੀਆਂ ਸੰਗਤਾਂ ਨੂੰ ਮਹਾਰਾਜ ਜੀਆਂ ਨੇ ਇਹ ਬਖਸ਼ਿਸ਼ਾਂ ਦਿੱਤੀਆਂ ਹਨ, ਸਤਿਕਾਰਯੋਗ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਉਹ ਸਾਰੇ ਹਵਾਲੇ ਆਪਣੀ ਇਸ ਮਹਾਨ ਰਚਨਾ ਵਿੱਚ ਅੰਕਿਤ ਕੀਤੇ ਨੇ। ਯਤਨ ਕਰਾਂਗੇ ਇਹਨਾਂ ਸਮਿਆਂ ਦੌਰਾਨ ਇਹ ਸਾਰਾ ਇਤਿਹਾਸ ਆਪ ਸੰਗਤਾਂ ਦੇ ਨਾਲ ਵਿਸਤਾਰ ਸਹਿਤ ਸਾਂਝੇ ਕਰਨ ਦਾ ਜੀ। ਅੱਜ ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ, ਇੱਥੇ ਹੀ ਗੁਰੂ ਇਤਿਹਾਸ ਦੀ ਵਿਚਾਰ ਨੂੰ ਆਪਾਂ ਵਿਸ਼ਰਾਮ ਦਿੰਦੇ ਹਾਂ। ਵਿਚਾਰਾਂ ਕਰਦੇ ਹਾਂ, ਬੇਅੰਤ ਤਰ੍ਹਾਂ ਦੀਆਂ ਹੋਈਆਂ ਭੁੱਲਾਂ ਗੁਰਦੇਵ ਗੁਰੂ ਕੀ ਸੰਗਤ ਬਖਸ਼ ਲੈਣਾ ਜੀ। ਆਓ ਗੁਰਬਾਣੀ ਦੇ ਕੀਰਤਨ ਸਰਵਣ ਕਰੀਏ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਚਰਨ ਪਰਸੈ ਆਸੂ ਗੇਰੈ। ਇਕ ਥਿਰ ਰਹੇ ਇਕ ਹਟ ਹੈ ਕਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।